ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਵਾਜ਼ ਨਹੀਂ ਆ ਰਹੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆਵਾਜ਼ ਠੀਕ ਆ ਰਹੀ ਹੈ ਜੀ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਆ ਗਈ ਜੀ, ਵਾਹਿਗੁਰੂ ਜੀ ਆ ਗਈ ਹੁਣ। ਮਿਹਰਬਾਨੀ ਜੀ, ਰੱਬ ਭਲਾ ਕਰੇ। ਅੱਜ ਆਪਾਂ ਤਨਾਸੀ ਰਾਗ ਦੇ ਵਿੱਚ ਅਸ਼ਟਪਦੀਆਂ ਜਿਹੜੀਆਂ ਹੈਗੀਆਂ, ਕੱਲ੍ਹ ਇੱਕ ਲਈ ਸੀਗੀ ਅਤੇ ਅੱਜ ਦੂਸਰੀ ਅਸ਼ਟਪਦੀ ਲੈ ਰਹੇ ਹਾਂ 686 ਅੰਗ ਦੇ ਉੱਤੇ, ਅੰਗ 686। ਦੁਬਾਰਾ ਉਹਨੇ ਜੋ ਸਭ ਐਕੋ ਆ ਕੱਲ੍ਹ ਪਹਿਲੀ ਅਸ਼ਟਪਦੀ ਲਈ ਸੀ ਆਪਾਂ ਨੇ, ਗੁਰਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੇ ਨਹੀਂ ਦੂਰੇ, ਹਰ ਰਸ ਚੋਗ ਚੁਗੇ ਪ੍ਰਭਾਵੈ, ਸਰਵਰ ਮੈਂ ਹੰਸ ਪ੍ਰਾਣਪਤ ਪਾਵੈ। ਅੱਜ ਆਪਾਂ ਅਗਲੀ ਉਸ ਤੋਂ ਨੈਕਸਟ ਅਸ਼ਟਪਦੀ 2 ਉਹ ਲੈ ਰਹੇ ਹਾਂ 686 ਅੰਗ ਤੋਂ। ਤਨਾਸੀ ਮਹੱਲਾ ਪਹਿਲਾ। ਸਹਿਜੇ ਮਿਲਿਆ ਪ੍ਰਵਾਨ। ਜਿਹੜਾ ਵੀ ਇਨਸਾਨ ਪਰਮਾਤਮਾ ਨੂੰ ਮਿਲੂਗਾ ਉਹ ਸਹਿਜ ਅਵਸਥਾ 'ਚ ਹੀ ਮਿਲ ਸਕਦਾ ਹੈ। ਸਹਿਜ ਅਵਸਥਾ ਜਿਹੜੀ ਹੈਗੀ ਚੌਥਾ ਪਦ ਹੈਗਾ ਆਤਮਿਕ ਅਡੋਲਤਾ। ਆਤਮਾ ਦੇ ਵਿੱਚ ਅਡੋਲ ਹੋ ਗਿਆ ਇਨਸਾਨ। ਮਨ ਜਿਹੜਾ ਹੈਗਾ, ਮਨ ਭਟਕਣੋਂ ਹਟ ਗਿਆ ਔਰ ਇਹ ਅਵਸਥਾ ਸਹਿਜ ਹੀ ਮਿਲਣੀ ਹੈ। ਇੱਕਦਮ ਜਿਹੜੇ ਹੈਗੇ ਆਪਾਂ ਕਹੀਏ ਇੱਕਦਮ ਪੜਾਕਾ ਹੋ ਜੇ ਨਾ। ਇਹ ਇਸੇ ਵਾਸਤੇ ਮਨੁੱਖੀ ਜੀਵਨ ਮਿਲਿਆ ਹੋਇਆ ਹੈ। ਇਹ ਜੀਵਨ ਦੇ ਵਿੱਚ ਸਹਿਜ ਅਵਸਥਾ ਜੇ ਆਪਾਂ ਪਾ ਲਈਏ ਤਾਂ ਇਹਦੇ ਵਰਗੀ ਰੀਸ ਨਹੀਂ ਹੈ। ਸਹਿਜ ਮਿਲਿਆ ਪ੍ਰਵਾਨ, ਉਹ ਪ੍ਰਵਾਨ ਹੋ ਜਾਏਗਾ ਭਾਈ ਮਾਲਕ ਦੇ ਦਰ 'ਤੇ। ਨਾ ਤਿਸ ਮਰਨ ਨਾ ਆਵਣ ਜਾਣ, ਬਸ ਉਹ ਬਾਹਰ ਹੋ ਗਿਆ ਗੇਮ ਤੋਂ। ਜਨਮ ਮਰਨ ਦਾ ਗੇੜਾ ਨਹੀਂ ਹੈ ਉਹਦਾ, ਨਾ ਜੂਨਾਂ ਦੇ ਵਿੱਚ ਜਾਊਗਾ ਭਾਈ। ਸਹਿਜੇ ਮਿਲਿਆ ਪ੍ਰਵਾਨ, ਜਿਹੜਾ ਸਹਿਜ ਦੇ ਵਿੱਚ ਮਿਲਦਾ ਹੈ। ਆਪਣੇ ਵਿਚਾਰ ਜਿਹੜੇ ਹੈਗੇ, ਮਾਇਆ ਜਿਹੜੀ ਹੈਗੀ ਆ, ਜੋ ਇਹ ਆਪਾਂ ਨੂੰ ਜਿਹੜਾ ਚੋਗਾ ਪਾਇਆ ਹੋਇਆ ਆ, ਇਹਨਾਂ ਦੇ ਵਿੱਚ ਇਹਨਾਂ ਦੇ ਵਿੱਚੋਂ ਜਿਹੜਾ ਹੈਗਾ ਆਪਣੇ ਆਪ ਨੂੰ ਜਿਹੜਾ ਹੈਗਾ ਸੰਕੋਚ ਲੈਂਦਾ ਹੈ, ਉਹ ਸਹਿਜ ਦੇ ਵਿੱਚ ਜਾਂਦਾ ਹੈ। ਕਿਉਂਕਿ ਇਹ ਜਿਹੜਾ ਜੋ ਮਾਲਕ ਨੇ ਪਾਇਆ ਹੋਇਆ ਹੈ, ਇਹ ਦੁਨੀਆ ਦੇ ਪਦਾਰਥ ਜੋ ਵੀ ਆਕਾਰ ਰੂਪ ਸਾਰਾ, ਇਹ ਮਾਇਆ ਜਿਹੜੀ ਹੈਗੀ ਇਹ ਆਪਾਂ ਨੂੰ ਭਟਕਾਉਣ ਵਾਸਤੇ ਪਾਈ ਹੈ। ਇਸੇ ਦੇ ਨਾਲ ਗੇਮ ਹੈ, ਇਸੇ ਨੂੰ ਜਿੱਤਣਾ ਹੈ ਆਪਾਂ ਨੇ। ਇਹਦੇ ਵਿੱਚ ਹੀ ਰਹਿ ਕੇ ਜਿੱਤਿਆ ਜਾ ਸਕਦਾ ਹੈ। ਇਹ ਟੈਸਟ ਜਿਹੜੇ ਹੈਗੇ ਰੋਜ਼ ਹੀ ਟੈਸਟ ਹੁੰਦੇ ਆਪਣੇ, ਹਰ ਪਲ ਟੈਸਟ ਹੁੰਦਾ ਹੈ ਆਪਣਾ। ਸਹਿਜੇ ਮਿਲਿਆ ਪ੍ਰਵਾਨ, ਜਿਹੜਾ ਸਹਿਜ ਅਵਸਥਾ 'ਚ ਆ ਜਾਏਗਾ ਉਹ ਜਿਹੜਾ ਹੈਗਾ ਰੋਜ਼ ਜਿਹੜਾ ਹੈਗਾ ਸਹਿਜ ਅਵਸਥਾ ਵਾਸਤੇ ਜਿਹੜਾ ਹੈਗਾ ਅਡੋਲਤਾ ਵਾਸਤੇ, ਮਨ ਦੀ ਅਡੋਲਤਾ ਵਾਸਤੇ ਜਿਹੜਾ ਹੈਗਾ ਗੁਰ ਦੀ ਦੱਸੀ ਕਾਰ ਕਰੇਗਾ। ਇਹ ਕਿਰਿਆਤਮਕ ਸੇਧ ਆ। ਗੁਰਬਾਣੀ ਆਪਾਂ ਨੂੰ ਉਹ ਕਾਰ ਕਰਨ ਵਾਸਤੇ ਡਾਇਰੈਕਸ਼ਨ ਸੇਧ ਦਿੰਦੀ ਹੈ। ਸਹਿਜੇ ਮਿਲਿਆ ਪ੍ਰਵਾਨ, ਨਾ ਤਿਸ ਮਰਨ ਨਾ ਆਵਣ ਜਾਣ। ਉਹਨੂੰ ਫਿਰ ਜਿਹੜਾ ਹੈਗਾ ਜਨਮ ਮਰਨ ਦਾ ਗੇੜਾ ਨਹੀਂ ਹੁੰਦਾ, ਜੂਨਾਂ ਦੇ ਵਿੱਚ ਨਹੀਂ ਜਾਂਦਾ, ਆਤਮਿਕ ਮੌਤ ਨਹੀਂ ਹੁੰਦੀ। ਨਹੀਂ ਤਾਂ ਆਪਾਂ ਨੂੰ ਮਨੁੱਖ ਜੂਨ ਮਿਲਦੀ ਆ, ਆਪਾਂ ਜਿਹੜੇ ਹੈਗੇ ਮਰੇ ਹੋਏ ਹੀ ਲੰਘਾ ਦਿੰਦੇ ਆ। ਆਤਮਿਕ ਤਲ 'ਤੇ, ਆਤਮਾ ਦੇ ਤਲ 'ਤੇ ਆਪਾਂ ਜਿਹੜੇ ਸਪਿਰਚੁਅਲੀ ਜਿਹੜੇ ਹੈਗੇ ਆਪਾਂ ਮੁਰਦਾ ਹੀ ਰਹਿੰਦੇ ਆ। ਆਪਾਂ ਨੂੰ ਨਾ ਆਪਣੀ ਆਤਮਾ ਦਾ ਗਿਆਨ ਹੁੰਦਾ, ਨਾ ਹੀ ਪਰਮਾਤਮਾ ਦਾ ਗਿਆਨ ਹੁੰਦਾ। ਆਪਾਂ ਆਪਣੇ ਆਪ ਨੂੰ ਵੀ ਸਰੀਰ ਸਮਝਦੇ ਹਾਂ, ਦੂਸਰਿਆਂ ਨੂੰ ਵੀ ਸਰੀਰ ਸਮਝਦੇ ਹਾਂ ਬਸ। ਔਰ ਇਸੇ ਦੁਨੀਆ ਦੇ ਵਿੱਚ ਹੀ ਆਪਾਂ ਸਮਝਦੇ ਹਾਂ ਆਹੀ ਸਾਰਾ ਕੁਛ ਹੈਗਾ। ਔਰ ਆਪਣਾ ਜਨਮ ਜਿਹੜਾ ਹੈਗਾ, ਜਨਮ ਤੋਂ ਲੈ ਕੇ ਮਰਨ ਤੱਕ ਜਿਹੜਾ ਹੈਗਾ ਸਮਾਂ ਇਸ ਤਰ੍ਹਾਂ ਜਿਹੜਾ ਹੈਗਾ ਵੇਸਟ ਹੋ ਜਾਂਦਾ ਹੈ। ਸਹਿਜੇ ਮਿਲਿਆ ਪ੍ਰਵਾਨ, ਨਾ ਤਿਸ ਮਰਨ ਨਾ ਆਵਣ ਜਾਣ। ਠਾਕੁਰ ਮੈਂ ਦਾਸ ਮੈਂ ਸੋਏ, ਜਹ ਦੇਖਾਂ ਤੈਂ ਅਵਰ ਨ ਕੋਏ।
ਔਰ ਨਿਸ਼ਾਨੀ ਕੀ ਹੈ ਸਹਿਜ ਦੇ ਵਿੱਚ, ਜਿਹੜਾ ਸਹਿਜ ਦੇ ਵਿੱਚ ਹੀ ਮਿਲਿਆ ਹੋਇਆ ਆ। ਕਹਿੰਦੇ ਠਾਕੁਰ ਮੈਂ ਦਾਸ, ਉਹ ਦਾਸ ਜਿਹੜਾ ਹੈਗਾ ਮਾਲਕ ਪਰਮਾਤਮਾ ਦੇ ਵਿੱਚ ਹੈਗਾ। ਠਾਕੁਰ ਮੈਂ ਦਾਸ, ਦਾਸ ਮੈਂ ਸੋਏ, ਔਰ ਉਸ ਦਾਸ ਦੇ ਅੰਦਰ ਉਹ ਮਾਲਕ ਪਰਮਾਤਮਾ ਹੈਗਾ। ਦੋਨੋਂ ਇੱਕਮਿਕ ਹੈਗੇ ਆ। ਪਰਮਾਤਮਾ ਦੇ ਵਿੱਚ ਦਾਸ ਹੈਗਾ, ਸਾਰੀ ਦੁਨੀਆ ਪਰਮਾਤਮਾ ਦੇ ਵਿੱਚ ਹੈ, ਔਰ ਉਹ ਪਰਮਾਤਮਾ ਜਿਹੜਾ ਹੈਗਾ ਦਾਸ ਦੇ ਵਿੱਚ ਪ੍ਰਗਟ ਹੋ ਗਿਆ। ਠਾਕੁਰ ਮੈਂ ਦਾਸ, ਦਾਸ ਮੈਂ ਸੋਏ, ਜਹ ਦੇਖਾਂ ਤੈ ਆਵਰ ਨਾ ਕੋਏ। ਔਰ ਉਹ ਜਿੱਧਰ ਵੀ ਦੇਖਦਾ ਹੈ ਉਹਨੂੰ ਉਸ ਮਾਲਕ ਪਰਮਾਤਮਾ ਤੋਂ ਇਲਾਵਾ ਹੋਰ ਕੋਈ ਨਜ਼ਰ ਨਹੀਂ ਆਉਂਦਾ। ਮਾਇਆ ਜਿਹੜੀ ਹੈ, ਮਾਇਆ ਦੀ ਜਾਲੀ ਜਿਹੜੀ ਹੈਗੀ ਹਟ ਜਾਂਦੀ ਹੈ, ਮਾਇਆ ਦੀ ਧੁੰਦ ਹਟ ਜਾਂਦੀ ਹੈ। ਗੁਰਮੁਖੇ ਭਗਤ ਸਹਿਜ ਕਰ ਪਾਈਏ। ਕਹਿੰਦੇ ਸਹਿਜ ਘਰ ਜਿਹੜਾ ਹੈਗਾ, ਇਹ ਸਹਿਜ ਅਵਸਥਾ ਜਿਹੜੀ ਹੈਗੀ ਆ, ਇਹ ਟਿਕਾਣਾ ਜਿਹੜਾ ਹੈਗਾ, ਇਹ ਸਹਿਜ ਦਾ ਟਿਕਾਣਾ ਜਿਹੜਾ ਹੈਗਾ ਕਿਵੇਂ ਮਿਲਦਾ ਹੈ? ਕਹਿੰਦੇ ਭਾਈ ਗੁਰੂ ਕੋਲੋਂ ਮਿਲਦਾ ਹੈ। ਗੁਰਮੁਖ ਇੱਕ ਅੱਖੇ ਦੀ ਸਿਹਾਰੀ ਹੈ। ਗੁਰੂ ਦੇ ਅਨੁਸਾਰ ਚੱਲਾਂਗੇ, ਗੁਰੂ ਦੇ ਮੁਖ, ਗੁਰੂ ਵੱਲ ਨੂੰ ਮੁਖ ਕਰਾਂਗੇ ਤਾਂ ਜਿਹੜਾ ਭਗਤੀ ਕਰਾਂਗੇ, ਗੁਰੂ ਦੇ ਦੁਆਰਾ ਭਗਤੀ ਕਰਾਂਗੇ। ਗੁਰਮੁਖੇ ਭਗਤ ਸਹਿਜ ਕਰ ਪਾਈਏ। ਪਾਇਆ ਜਾ ਸਕਦਾ ਭਾਈ ਸਹਿਜ ਕਰ, ਕੋਈ ਵੀ ਪਾ ਸਕਦਾ ਹੈ। ਤੇ ਜੇ ਨਾ ਕਰਾਂਗੇ ਆਪਾਂ ਭਗਤੀ ਤੇ ਫਿਰ ਕੀ ਹੋਏਗਾ? ਬਿਨ ਗੁਰ ਭੇਟੇ ਮਰੇ ਆਈਏ ਜਾਈਏ, ਕੋਈ ਕੁਛ ਨਹੀਂ ਹੋਏਗਾ। ਬਸ ਗੁਰੂ ਨੂੰ ਨਹੀਂ ਭੇਟਾਂਗੇ ਤੇ ਆ ਜਨਮ ਮਨੁੱਖੀ ਜੂਨ ਚਲੀ ਜਾਏਗੀ ਤੇ ਆਉਂਦੇ ਜਾਂਦੇ ਰਵਾਂਗੇ, ਦੁਨੀਆ ਦੇ ਵਿੱਚ ਆਉਂਦੇ ਜਾਂਦੇ ਰਵਾਂਗੇ। ਫਿਰ 84 ਲੱਖ ਜੂਨਾਂ ਹੈਗੀਆਂ, ਜਿਹੇ ਜੀ ਆਪਣੀ ਕਰਨੀ ਹੈਗੀ ਉਹ ਜੀ ਭਰਨੀ ਹੈਗੀ ਆਪਣੀ। ਉਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਜੂਨਾਂ ਕਟੋ ਕੇ ਫਿਰ ਚਾਂਸ ਮਿਲ ਜਾਏਗਾ। ਗੁਰਮੁਖੇ ਭਗਤ ਸਹਿਜ ਕਰ ਪਾਈਏ, ਬਿਨ ਗੁਰ ਭੇਟੇ ਮਰੇ ਆਈਏ ਜਾਈਏ। ਮਰਨਾ ਤਾਂ ਲਾਜ਼ਮੀ ਹੈਗਾ ਭਾਈ। ਆਤਮਿਕ ਤਲ ਤੇ ਕੁਛ ਵੀ ਨਹੀਂ ਕੀਤਾ ਆਪਾਂ ਨੇ। ਜਿਸ ਪਰਪਸ ਵਾਸਤੇ ਸਰੀਰ ਮਿਲਿਆ ਸੀਗਾ ਉਹ ਪਰਪਸ ਜਿਹੜਾ ਹੈਗਾ ਬਿਲਕੁਲ ਹੀ ਆਪਾਂ ਨੇ ਉਹ ਸ਼ੁਰੂ ਹੀ ਨਹੀਂ ਕੀਤਾ ਕੰਮ। ਦੇਖੋ ਪਹਿਲੀ ਪਾਤਸ਼ਾਹੀ ਦਾ ਗਿਆਨ ਹੈਗਾ ਰਹਾਓ। ਗੁਰਮੁਖੇ ਭਗਤ ਸਹਿਜ ਕਰ ਪਾਈਏ, ਬਿਨ ਗੁਰ ਭੇਟੇ ਮਰੇ ਆਈਏ ਜਾਈਏ। ਰਹਾਓ ਬਿਲਕੁਲ ਸਿੰਪਲ ਜੀ ਗੱਲ ਆ। ਨਹੀਂ ਕਰਨਾ ਯੈਸ ਜਾਂ ਨੋ, ਨਹੀਂ ਕਰਨਾ ਤੇ ਆ ਹੈਗਾ, ਆ ਰੂਲ ਆ, ਆ ਰੂਲ ਦਿੱਤਾ ਹੈ ਮਹਾਰਾਜ ਨੇ। ਔਰ ਜਿਹੜਾ ਜੇ ਕਰਨਾ ਹੈ, ਜੇ ਭਗਤੀ ਕਰਨੀ ਆ ਤੇ ਆ ਵਾਲਾ ਪਹਿਲਾ ਜਿਹੜਾ ਬੰਦ ਲੈ ਲਓ ਭਾਈ। ਸਹਿਜੇ ਮਿਲਿਆ ਪਰਮਾਨ, ਨਾ ਤਿਸ ਮਰਨ ਨਾ ਆਵਣ ਜਾਣ। ਠਾकुर मैं दास, दास में सोए, जहाँ देखा थे अवर ना कोए। बस दोनों एकमिक हो गए, मालक और परमात्मा। जर्नी खत्म हो गई, गेम जीती गई। और नहीं जड़ा हैगा इस पासे लगे, नहीं भगती मार्ग ते चले, नहीं गुरमुख सिस्टम चाहे ते पाए फिर गुरमुख भगत सहज कर पाइए। गुरु के द्वारा ही भगती करके ही सहज कर मिलना है। बिन गुर भेटे मरे आइए जाइए। तो फिर जड़ा हैगा जड़ जन्म मन्म का ਜਿਹੇ ਜਿਹਾ ਗੇੜਾ ਚੱਲ ਰਿਹਾ ਪਾਏ ਉਹਦੇ ਵਿੱਚ ਹੀ ਆਉਂਦੇ ਜਾਂਦੇ ਰਵਾਂਗੇ। ਸਿੰਪਲ ਜੀ, ਇਹਦੇ ਵਿੱਚ ਨਾ ਕੋਈ ਇਹਦੇ ਵਿੱਚ ਗਿਆਨ ਦੀ ਲੋੜ ਨਹੀਂ ਹੈ, ਕੁਛ ਵੀ ਨਹੀਂ ਹੈ। ਸਿੰਪਲ ਲਾਜਿਕ ਹੈਗੀ। ਦੋ ਟੁਕ ਜਿਹੜਾ ਹੈਗਾ ਗੱਲਾਂ ਹੈਗੀਆਂ ਪਾਏ, ਯੈਸ ਜਾਂ ਨੋ ਵਾਲੀ ਗੱਲ ਹੈ। ਇੱਥੇ ਆਪਣੀ ਚੁਆਇਸ ਹੈਗੀ, ਆਪਾਂ ਨੇ ਕਿਹੜੇ ਪਾਸੇ ਨੂੰ ਤੁਰਨਾ ਹੈ। ਦੋ ਤੋਂ ਚੁਆਇਸ ਕਰਨੀ ਹੈ, ਪੈਰ ਕਿਹੜਾ ਚੁੱਕਣਾ ਹੈ ਆਪਾਂ ਨੇ। ਹੁਣ ਮਹਾਰਾਜ ਗਿਆਨ ਜਿਹੜਾ ਹੈਗਾ ਆਪਣੀ ਪਹਿਲੀ ਪਾਤਸ਼ਾਹੀ ਰਿਕਮੈਂਡ ਕਰ ਰਹੀ, ਕਹਿੰਦੇ ਆਪਣੇ ਉੱਤੇ ਲਾ ਰਹੇ ਹੈ। ਕਹਿੰਦੇ ਸੋ ਗੁਰ ਕਰੋ ਜੇ ਸਾਚ ਦ੍ਰਿੜਾਵੇ। ਕਹਿੰਦੇ ਮੈਂ ਤਾਂ ਭਾਈ ਉਹ ਗੁਰੂ ਕਰੂੰਗਾ ਜਿਹੜਾ ਮੈਨੂੰ ਸੱਚ ਨਾਲ ਜੋੜਦਾ ਹੈ, ਮੈਨੂੰ ਪੱਕਾ ਕਰਾ ਦੇ ਆ ਜਿਹੜਾ ਹੈਗਾ ਲਿਵ ਵਾਲਾ ਰਸਤਾ, ਭਗਤੀ ਵਾਲਾ ਰਸਤਾ। ਮੈਨੂੰ ਆ ਭਗਤੀ ਜਿਹੜੀ ਸਹਿਜ ਕਰ ਵਾਲਾ ਰਸਤਾ ਜਿਹੜਾ ਹੈਗਾ ਉਹ ਪੱਕਾ ਕਰਾ ਦੇ, ਮੈਂ ਤਾਂ ਭਾਈ ਉਸ ਪਾਸੇ ਜਾਊਂਗਾ। ਪਰਸਨਲ ਮਹਾਰਾਜ ਕਹਿ ਰਹੇ ਆ ਪਹਿਲੀ ਪਾਤਸ਼ਾਹੀ। ਕਹਿੰਦੇ ਤੁਹਾਡੀ ਮਰਜ਼ੀ, ਤੁਸੀਂ ਜਿੱਧਰ ਮਰਜ਼ੀ ਜਾਓ, ਪਰ ਮੈਂ ਤਾਂ ਇਸ ਪਾਸੇ ਜਾਊਂਗਾ। ਕਰੋ ਲਿਖਿਆ ਹੋਇਆ, ਸੋ ਗੁਰ ਕਰੋ ਜੇ ਸਾਚ ਦ੍ਰਿੜਾਵੇ। ਮੈਂ ਤਾਂ ਭਾਈ ਉਹੀ ਗੁਰੂ ਕਰੂੰਗਾ ਜਿਹੜਾ ਸੱਚ ਨਾਲ ਜੋੜਦਾ, ਮੈਨੂੰ ਪੱਕਾ ਕਰਾ ਦੇ ਸੱਚ। ਅਕਥ ਕਥਾ ਹੈ, ਉਹ ਪਰਮਾਤਮਾ ਅਕਥ ਹੈਗਾ, ਜਿਹਨੂੰ ਨਹੀਂ ਕਥਿਆ ਜਾ ਸਕਦਾ ਉਹਨੂੰ ਕਥਾ ਦੇ।
ਉਹਦਾ ਰਸਤਾ ਦੱਸ ਦੇ ਮੈਨੂੰ, ਉਹਦੇ ਨਾਲ ਜੋੜ ਦੇ ਮੈਨੂੰ, ਉਹਦੇ ਰਸਤੇ 'ਤੇ ਤੁਰਾ ਦੇ ਮੈਨੂੰ। ਸ਼ਬਦੇ ਮਿਲਾਵ ਹੈ, ਸ਼ਬਦ ਦੇ ਦੁਆਰਾ ਮੈਨੂੰ ਮਾਲਕ ਦੇ ਨਾਲ ਮਿਲਾ ਦੇ। ਮੈਂ ਤਾਂ ਉਹ ਗੁਰੂ ਕਰੂੰਗਾ। ਹਰ ਕੇ ਲੋਕ ਅਵਰ ਨਹੀਂ ਕਾਰਾ। ਪਰਮੇਸ਼ਰ ਦੇ ਜਿਹੜੇ ਲੋਕ ਹੁੰਦੇ ਆ, ਹਰਜਨ ਹੁੰਦੇ ਆ, ਉਹਨਾਂ ਨੂੰ ਹੋਰ ਕੋਈ ਕੰਮ ਨਹੀਂ ਹੁੰਦਾ। ਆਹੀ ਉਹਨਾਂ ਦੀ ਟਾਪ ਪ੍ਰਾਇਰਟੀ ਹੁੰਦੀ ਹੈ। ਹਰ ਕੇ ਲੋਕ ਅਵਰ ਨਹੀਂ ਕਾਰਾ, ਸਾਚੋਂ ਠਾਕੁਰ ਸਾਚ ਪਿਆਰਾ। ਉਹਨਾਂ ਨੂੰ ਸੱਚਾ ਮਾਲਕ, ਉਹ ਸੱਚਾ ਮਾਲਕ ਹੈ ਜਿਹੜਾ ਠਾਕੁਰ ਹੈ, ਸਾਰਿਆਂ ਦਾ ਮਾਲਕ ਹੈਗਾ, ਉਹੀ ਪਿਆਰਾ ਹੁੰਦਾ। ਸਾਚ ਪਿਆਰਾ, ਉਹਨਾਂ ਨੂੰ ਸੱਚ ਪਿਆਰਾ ਹੁੰਦਾ, ਉਹਨਾਂ ਨੂੰ ਮਾਲਕ ਪਿਆਰਾ ਹੁੰਦਾ। ਤਨ ਮੈਂ ਮਨੁਆ, ਮਨ ਮੈਂ ਸਾਚਾ। ਹੁਣ ਜਿਹੜਾ ਹੈਗਾ ਵੇਅਰ ਅਬਾਊਟ ਕੀ ਹੈ? ਮਾਲਕ ਪਰਮਾਤਮਾ ਦੇ ਮਿਲਣ ਦਾ ਜਿਹੜਾ ਹੈਗਾ ਤਰੀਕਾ ਕਿੱਥੇ ਮਿਲਦਾ ਹੈ? ਕਹਿੰਦੇ ਦੇਖ, ਤੇਰਾ ਸਰੀਰ ਹੈਗਾ, ਤੇਰਾ ਇਸ ਸਰੀਰ ਦੇ ਵਿੱਚ ਤੇਰਾ ਮਨ ਹੈਗਾ ਜਿਹੜਾ ਤੈਨੂੰ ਕਹਿੰਦਾ ਆਹ ਵੀ ਦੇ ਦੇ, ਆਹ ਵੀ ਦੇ ਦੇ, ਆਹ ਵੀ ਦੇ ਦੇ। ਤਨ ਮੈਂ ਮਨੁਆ, ਮਨ ਮੈਂ ਸਾਚਾ। ਕਹਿੰਦੇ ਮਨ ਦੇ ਅੰਦਰ ਆ ਉਹ ਸੱਚਾ। ਯਾਦ ਰੱਖ ਲੈ, ਮਨ ਦੇ ਵਿੱਚੋਂ ਦੀ ਲੰਘਣਾ ਪੈਣਾ ਹੈ। ਤਨ ਮੈਂ ਇਹ ਵਿਚਾਲੇ ਰੁਕਾਵਟ ਹੈਗਾ ਮਨ, ਇਹਨੂੰ ਬਿੰਨਣਾ ਪੈਣਾ ਹੈ, ਇਹਨੂੰ ਕ੍ਰਾਸ ਕਰਨਾ ਪੈਣਾ ਹੈ ਮਨ ਨੂੰ। ਤਨ ਮੈਂ ਮਨੁਆ, ਮਨ ਮੈਂ ਸਾਚਾ, ਸੋ ਸਾਚਾ ਮਿਲੇ ਸਾਚੇ ਰਾਚਾ। ਸੋ ਸਾਚਾ ਮਿਲੇ ਸਾਚੇ ਰਾਚਾ। ਜਿਹੜਾ ਸੱਚ ਦੇ ਵਿੱਚ ਰਚ ਗਿਆ ਉਹ ਉਸ ਸੱਚੇ ਨੂੰ ਮਿਲੂਗਾ। ਸੇਵਕ ਪ੍ਰਭ ਕੇ ਲਾਗੇ ਪਾਏ। ਸੇਵਕ ਕੀ ਕਰਦਾ ਹੈ? ਪਰਮਾਤਮਾ ਦੇ ਪੈਰ ਲੱਗਦਾ, ਪੈਰਾਂ ਦੇ ਵਿੱਚ ਪੈਂਦਾ, ਪੈਰਾਂ ਦੇ ਨਾਲ ਲੱਗਦਾ ਹੈ। ਹੁਣ ਪਰਮਾਤਮਾ ਦੇ ਪੈਰ, ਉਹਦਾ ਤਾਂ ਸਰੀਰ ਹੀ ਨਹੀਂ ਹੈਗਾ, ਉਹਦੇ ਪੈਰ ਆ ਧਿਆਨ ਰੂਪੀ ਸ਼ਬਦ ਰੂਪੀ ਪੈਰ। ਸੇਵਕ ਪ੍ਰਭ ਕੇ ਲਾਗੇ ਪਾਏ, ਸਤਿਗੁਰ ਪੂਰਾ ਮਿਲੇ ਮਿਲਾਏ। ਇਹਦੇ ਵਾਸਤੇ ਪੂਰਾ ਸਤਿਗੁਰੂ ਚਾਹੀਦਾ ਹੈ, ਉਹ ਮਿਲਣਾ ਚਾਹੀਦਾ ਪੂਰਾ ਸਤਿਗੁਰੂ, ਅਤੇ ਉਹਨੇ ਮਿਲਾਉਣਾ ਹੈ ਗਾਹਾਂ ਪਰਮਾਤਮਾ ਦੇ ਨਾਲ। ਇਹ ਹੈ ਸਤਿਗੁਰੂ ਦਾ ਕੰਮ। ਤੀਸਰਾ ਬੰਦ ਹੋ ਗਿਆ। ਚੌਥਾ ਬੰਦ ਆ ਗਿਆ, ਆਪ ਦਿਖਾਵੇ ਆਪੇ ਦੇਖੈ। ਇਹ ਸਾਰਾ ਕੁਛ ਜਿਹੜਾ ਹੈਗਾ ਕਰਨਾ ਮਾਲਕ ਪਰਮਾਤਮਾ ਨੇ ਹੈਗਾ। ਆਪ ਇਹ ਦਿਖਾਵੇ, ਆਪ ਹੀ ਦਿਖਾਉਂਦਾ ਹੈ ਆਪਣੇ ਆਪ ਨੂੰ, ਔਰ ਆਪ ਹੀ ਸਾਰਿਆਂ ਨੂੰ ਦੇਖ ਰਿਹਾ ਹੈ, ਸਾਰਿਆਂ ਨੂੰ ਦੇਖ ਰਿਹਾ ਹੈ। ਆਪ ਦਿਖਾਵੇ ਆਪੇ ਦੇਖੈ, ਹਠ ਨਾ ਪਤੀਜੈ ਨਾ ਬਹੁ ਭੇਖੈ। ਸਿੰਪਲ ਲਾਜਿਕ। ਪਰਮਾਤਮਾ ਕਿਸੇ ਹੱਠ ਦੇ ਨਾਲ ਨਹੀਂ ਪਤੀਜਦਾ ਪਾਏ। ਹੱਠ ਕਰ ਲਈਏ, ਮੈਂ ਤਾਂ ਜੀ 4 ਘੰਟੇ, ਮੈਂ ਤਾਂ ਜਦ ਤੱਕ ਮੇਰੇ ਅੰਦਰ ਪ੍ਰਕਾਸ਼ ਨਹੀਂ ਹੁੰਦਾ ਮੈਂ ਤਾਂ ਹਟਣਾ ਨਹੀਂ। ਐਵੇਂ ਦਾ ਹੱਠ ਤਾਂ ਨਹੀਂ ਚੱਲਦਾ ਪਾਏ। ਢੀਠ ਬਣ ਜਾਓ, ਹੱਠ ਨਾ ਕਰੋ। ਢੀਠ ਦਾ ਮਤਲਬ ਆ ਵਹੀ ਬਸ ਲੱਗੇ ਹੋਏ ਆ, ਮਿਲੇ ਨਾ ਮਿਲੇ ਢੀਠ ਹੈ। ਮੰਗਤਾ ਹੈਗਾ ਢੀਠ ਹੈ ਭਾਈ, ਜਾ ਕੇ ਬੈਠਾ ਹੈ, ਦੇ ਨਾ ਦੇ। ਕੁੱਤਾ ਹੈਗਾ, ਜਿਸ ਤਰ੍ਹਾਂ ਜਿਹੜਾ ਹੈਗਾ ਇੱਕ ਆਪਣੇ ਬਾਬਾ ਜਿਹੜਾ ਹੈਗਾ ਗਿਆ ਖੇਤ, ਰੋਟੀ ਆ ਗਈ ਸਾਰੀ, ਕੁੱਤਾ ਵੀ ਮੋਤੀ ਵੀ ਨਾਲ ਪਿੱਛੇ ਪਿੱਛੇ ਹੀ ਰਹਿੰਦਾ, ਬਾਬੇ ਦਾ ਪਿਆਰਾ ਕੁੱਤਾ ਰੋਜ਼ ਪਾ ਦਿੰਦਾ ਸੀ ਰੋਟੀ। ਇੱਕ ਦਿਨ ਜਿਹੜਾ ਹੈਗਾ ਬਾਬੇ ਨੂੰ ਭੁੱਖ ਲੱਗੀ ਜ਼ਿਆਦਾ, ਉਹ ਚੇਤਾ ਹੀ ਨਹੀਂ ਰਿਹਾ, ਉਹਨੇ ਰੋਟੀ ਬਾਟੀ ਵੀ ਮਾਂਜ ਲਈ, ਸਾਗ ਵੀ ਖਾ ਲਿਆ, ਸਾਰਾ ਰੋਟੀਆਂ ਖਾ ਲਈਆਂ। ਉਹ ਵਿਚਾਰਾ ਕੁੱਤਾ ਬੈਠਾ ਦਾ ਬੈਠਾ ਦੇਖਦਾ ਰਹਿ ਗਿਆ। ਬਾਬੇ ਨੇ ਉੱਠ ਕੇ ਖਾਲ ਤੇ ਬਾਟੀ ਬੂਟੀ ਧੋ ਲਈ, ਅਤੇ ਕੁੱਤਾ ਵੀ ਵਿਚਾਰਾ ਮਗਰ ਪੂਛ ਲਾਉਣ ਲੱਗ ਪਿਆ। ਇਹਨੂੰ ਕਹਿੰਦੇ ਆ ਢੀਠ। ਆਪ ਦਿਖਾਵੇ ਆਪੇ ਦੇਖੈ, ਹਠ ਨਾ ਪਤੀਜੈ ਨਾ ਬਹੁ ਭੇਖੈ। ਭੇਖ ਦੇ ਨਾਲ ਪਰਮਾਤਮਾ ਨਹੀਂ ਪਤੀਜਦਾ ਭਾਈ। ਬਾਹਰੀ ਭੇਖ ਦੇ ਨਾਲ ਪਰਮਾਤਮਾ ਦਾ ਕੀ ਰਿਸ਼ਤਾ ਹੈ ਭਾਈ? ਉਹ ਤਾਂ 2 ਮਿੰਟ 'ਚ ਭੇਖ ਬਣ ਜਾਂਦਾ, 2 ਮਿੰਟ 'ਚ ਪਰਮਾਤਮਾ ਮਿਲ ਜੂਗਾ ਆਪਾਂ ਨੂੰ, ਔਰ 2 ਮਿੰਟ 'ਚ ਆਪਾਂ ਸਾਧੂ ਬਣ ਜਾਵਾਂਗੇ, 2 ਮਿੰਟ 'ਚ ਆਪਣੇ ਅੰਦਰ ਅਵਗੁਣ ਦੂਰ ਹੋ ਜਾਣਗੇ, ਆਪਣਾ ਮਨ ਨਿਰਮਲ ਹੋ ਜਾਏਗਾ ਬਾਹਰ ਦੇ ਭੇਖ ਦੇ ਨਾਲ। ਆਪ ਦਿਖਾਵੇ ਆਪੇ ਦੇਖੈ, ਹਠ ਨਾ ਪਤੀਜੈ ਨਾ ਬਹੁ ਭੇਖੈ। ਕੜੇ ਭਾਂਡੇ ਜਿਹਨੇ ਅੰਮ੍ਰਿਤ ਪਾਇਆ। ਇਹ ਗੇਮ ਪਾਈ ਹੋਈ ਹੈ ਮਾਲਕ ਪਰਮਾਤਮਾ ਨੇ, ਸਾਰੇ ਦੇ ਸਾਰੇ ਭਾਂਡੇ ਬਣਾਏ ਆ ਮਾਲਕ ਨੇ। ਜੀਵ ਜਿਹੜੇ ਹੈਗੇ, ਇਨਸਾਨ ਜਿਹੜੇ ਹੈਗੇ, ਔਰ ਸਾਰਿਆਂ ਦੇ ਅੰਦਰ ਅੰਮ੍ਰਿਤ ਪਾਇਆ ਹੋਇਆ, ਗੁਪਤ ਰੂਪ 'ਚ ਰੱਖਿਆ ਹੋਇਆ ਅੰਮ੍ਰਿਤ, ਜਿਹਦੇ ਨਾਲ ਗੇਮ 'ਚੋਂ ਬਾਹਰ ਆਉਣਾ ਹੈ। ਕੜੇ ਭਾਂਡੇ ਜਿਹਨੇ ਅੰਮ੍ਰਿਤ ਪਾਇਆ, ਉਸ ਮਾਲਕ ਨੇ ਐਸੀ ਗੇਮ ਪਾਈ ਹੋਈ ਹੈ। ਆ ਕਿਹੜੇ ਮਾਲਕ ਦੀ?
ਪ੍ਰੇਮ ਭਗਤੇ ਪ੍ਰਭ ਮਨ ਪਤੀ ਆਇਆ। ਪ੍ਰੇਮਾ ਭਗਤੀ ਦੇ ਨਾਲ ਭਾਈ ਪ੍ਰਭੇ ਮਨ ਪਤੀ ਆਇਆ, ਪ੍ਰਭੂ ਦਾ ਮਨ ਪਤੀ ਜਾਂਦਾ ਹੈ ਭਾਈ। ਪ੍ਰੇਮਾ ਭਗਤੀ ਦੇ ਨਾਲ ਮਾਲਕ ਜਿਹੜਾ ਹੈਗਾ ਖੁਸ਼ ਹੋ ਜਾਂਦਾ ਹੈ। ਪੜ ਪੜ ਭੁੱਲੇ ਚੋਟਾਂ ਖਾਏ। ਬਾਕੀ ਜਿਹੜੇ ਹੈਗੇ ਭਾਈ ਪੜ੍ਹੀ ਜਾਂਦੇ ਆ ਪਰ ਪੜ੍ਹ ਕੇ ਭੁੱਲ ਜਾਂਦੇ ਆ। ਖਾਲੀ ਪੜ੍ਹ ਕੇ ਜਿਹੜਾ ਹੈਗਾ ਗਿਆਨ ਨੂੰ ਪੜ੍ਹੀ ਜਾ ਰਹੇ ਤੇ ਚੋਟਾਂ ਖਾ ਰਹੇ, ਫਿਰ ਚੋਟਾਂ ਖਾਂਦੇ, ਫਿਰ ਅਵਗੁਣ ਕਰਦੇ। ਬਹੁਤ ਸਿਆਣਪ ਭਾਵੇਂ ਜਾਏ, ਔਰ ਮਨ ਦੀ ਸਿਆਣਪ ਹੁੰਦੀ ਹੈ, ਮਨ ਦੀਆਂ ਚਤੁਰਾਈਆਂ ਹੁੰਦੀਆਂ, ਕਹਿੰਦੇ ਫਿਰ ਨਿਕਲਦੇ ਨਹੀਂ, ਆਉਂਦੇ ਜਾਂਦੇ ਰਹਿੰਦੇ। ਜਿਹੜਾ ਕੰਮ ਕਰਨਾ ਹੈ, ਜੋ ਗਿਆਨ ਕਹਿ ਰਿਹਾ ਹੈ, ਉਹ ਕੰਮ ਨਹੀਂ ਕਰਦੇ। ਬਸ ਗਿਆਨ ਨੂੰ ਪੜ੍ਹ ਲਿਆ, ਇਸੇ ਨੂੰ ਸਮਝਦੇ ਆਹੀ ਭਗਤੀ ਹੈਗੀ। ਆਹ ਵਿਚਾਰ ਲਿਆ ਗਿਆਨ ਨੂੰ, ਆਪਾਂ ਵਿਚਾਰ ਰਹੇ ਹਾਂ ਤੇ ਆਪਾਂ ਸਮਝੀਏ ਆਹੀ ਭਗਤੀ ਹੈ। ਨਾ ਭਾਈ, ਇਹ ਤਾਂ ਭਗਤੀ ਦੱਸੂਗਾ, ਔਰ ਭਗਤੀ ਦੱਸੂਗਾ ਆਪਾਂ ਨੂੰ, ਔਰ ਜਿਹੜਾ ਹੈਗਾ ਆਪਾਂ ਨੂੰ ਦੱਸੂਗਾ ਵੀ ਆਹ ਅਵਗੁਣ ਹੈਗੇ, ਆਹ ਗੁਣ ਹੈਗੇ। ਮਿੱਤਰਾ ਤੇਰੀ ਮਰਜ਼ੀ ਆ, ਜਿਹੜਾ ਮਰਜ਼ੀ ਚੀਜ਼ ਯੂਜ਼ ਕਰ ਲਾ। ਤੂੰ ਭਾਵੇਂ ਅਵਗੁਣਾਂ ਦੇ ਵਿੱਚ ਰਹਿ ਲਾ, ਭਾਵੇਂ ਤੂੰ ਗੁਣਾਂ ਦੇ ਨਾਲ ਲੱਗ ਪਾ। ਪੜ ਪੜ ਭੁੱਲੇ ਚੋਟਾਂ ਖਾਏ, ਬਹੁਤ ਸਿਆਣਪ ਆਵੇਂ ਜਾਏ। ਜਿਹੜੇ ਜ਼ਿਆਦਾ ਸਿਆਣੇ ਹੁੰਦੇ ਆ ਭਾਈ, ਕਹਿੰਦੇ ਆਪਣੇ ਮਨ ਦੀ ਚਲਾਉਂਦੇ ਆ, ਕਹਿੰਦੇ ਆਉਂਦੇ ਜਾਂਦੇ ਰਹਿੰਦੇ ਆ। ਕਰਨਾ ਕੀ ਸੀਗਾ? ਨਾਮ ਜਪੈ ਭਉ ਭੋਜਨ ਖਾਏ। ਸਭ ਤੋਂ ਪਹਿਲੀ ਗੱਲ ਪਰਮਾਤਮਾ ਦਾ ਡਰ ਹੋਣਾ ਚਾਹੀਦਾ। ਦੂਸਰੀ ਗੱਲ ਬਈ ਭਗਤੀ ਜਿਹੜੀ ਹੈਗੀ ਆ, ਧਿਆਨ ਸਿਮਰਨ ਕਰਨਾ, ਆਪਣੇ ਅੰਦਰ ਵੜਨਾ, ਆਪਣੇ ਵਿਚਾਰ ਰੋਕਣੇ, ਆਪਣੇ ਮਨ ਨੂੰ ਜਿਹੜਾ ਹੈਗਾ ਦੇਖਣਾ, ਆਪਣੇ ਚਿੱਤ ਦੇ ਉੱਤੇ ਕੀ ਆ ਰਿਹਾ ਹੈ, ਆਪਣੇ ਅੰਦਰ ਆਪਣੀ ਮੈਲ ਦੂਰ ਕਰਨੀ। ਨਾਮ ਜਪੈ ਭਉ ਭੋਜਨ ਖਾਏ, ਗੁਰਮੁਖ ਸੇਵਕ ਰਹੇ ਸਮਾਏ। ਇਸ ਤਰੀਕੇ ਦੇ ਨਾਲ ਗੁਰਮੁਖ ਸਿਸਟਮ ਦੇ ਦੁਆਰਾ ਜਿਹੜਾ ਹੈਗਾ ਸੇਵਕ ਉਸ ਮਾਲਕ ਪਰਮਾਤਮਾ ਦੇ ਧਿਆਨ ਦੇ ਵਿੱਚ ਸਮਾਇਆ ਰਹਿੰਦਾ ਹੈ। ਸਮਾਉਣਾ ਕੀ ਹੈਗਾ? ਨਹੀਂ ਤਾਂ ਆਪਾਂ ਵਿਚਾਰਾਂ ਦੇ ਵਿੱਚ ਸਮਾਏ ਹੋਏ ਹਾਂ। ਆਹ ਸਮਾਉਣਾ ਹੈਗਾ। ਪੂਜ ਸਿਲਾ ਤੀਰਥ ਬਨਵਾਸਾ। ਹੁਣ ਜਿਹੜਾ ਜਾਂ ਕਰਮਕਾਂਡ ਦੇ ਵਿੱਚ ਆ ਗਏ ਆ, ਬਸ ਕਰਮਕਾਂਡ ਕਰਦੇ ਆ, ਸਿਲਾ ਨੂੰ ਪੂਜਦੇ ਆ, ਪੱਥਰ ਦੀਆਂ ਮੂਰਤੀਆਂ ਨੂੰ ਪੂਜਦੇ ਆ, ਤੀਰਥਾਂ ਤੇ ਜਾਂਦੇ ਆ, ਬਨਾਂ ਦੇ ਵਿੱਚ ਵਾਸ ਕਰ ਲੈਂਦੇ ਆ। ਪੂਜ ਸਿਲਾ ਤੀਰਥ ਬਨਵਾਸਾ, ਪਰਮਤ ਡੋਲਤ ਭਏ ਉਦਾਸਾ। ਇਸੇ ਤਰੀਕੇ ਨਾਲ ਭਟਕੀ ਜਾ ਰਹੇ ਆ, ਡੋਲ ਰਹੇ ਆ ਮਾਇਆ ਦੇ ਵਿੱਚ, ਉਦਾਸ ਹੋ ਜਾਂਦੇ ਆ ਦੁਨੀਆ ਤੋਂ। ਮਿਲਦਾ ਮੁਲਦਾ ਕੱਖ ਵੀ ਨਹੀਂ ਹੈ। ਮਨ ਮੈਲੇ ਸੂਚਾ ਕਿਉਂ ਹੋਏ? ਕਹਿੰਦੇ ਮਨ ਨੂੰ ਤਾਂ ਦੇਖ ਨਹੀਂ ਰਹੇ, ਮਨ ਦੇ ਵਿੱਚ ਮਨ ਤਾਂ ਉਸ ਤਰ੍ਹਾਂ ਹੀ ਮੈਲਾ ਹੈਗਾ। ਕਹਿੰਦੇ ਕਿਵੇਂ ਸੁੱਚਾ ਹੋ ਸਕਦਾ ਭਾਈ? ਕਿਹੜੇ ਤਰੀਕੇ ਨਾਲ ਸੁੱਚਾ ਹੋ ਸਕਦਾ? ਗੇਮ ਤਾਂ ਸਾਰੀ ਮਨ ਦੀ ਹੈਗੀ ਆ। ਮਨ ਮੈਲੇ ਸੂਚਾ ਕਿਉਂ ਹੋਏ, ਸਾਚ ਮਿਲੇ ਪਾਵੇ ਪਤ ਸੋਏ। ਸਾਚ ਮਿਲੇ, ਕਹਿੰਦੇ ਸੱਚ ਦੇ ਨਾਲ। ਪਰਮੇਸ਼ਰ ਸੱਚ ਆ, ਉਹਨੇ ਸੱਚ ਦੇ ਨਾਲ ਮਿਲਣਾ ਹੈ। ਉਸੇ ਨੂੰ ਇੱਜ਼ਤ ਮਿਲਣੀ ਹੈ ਭਾਈ, ਉਸੇ ਦੀ ਸੋਭਾ ਹੋਣੀ ਹੈ। ਪਾਵੇ ਪਤ ਸੋਏ। ਆਚਾਰਾ ਵਿਚਾਰ ਸਰੀਰ ਰਾਰੇ ਦੀ ਸਿਆਰੀ ਹੈ। ਕਹਿੰਦੇ ਦੇਖ ਮਨੁੱਖੀ ਸਰੀਰ ਮਿਲਿਆ ਹੋਇਆ, ਦੋ ਕੰਮ ਕਰ ਪਿੱਤਰਾ, ਦੋ ਕੰਮ ਕਰ ਇਸ ਸਰੀਰ ਦੇ ਨਾਲ। ਇੱਕ ਤਾਂ ਵਿਚਾਰ ਕਰ। ਦੇਖ ਗੁਰੂ ਕੀ ਹੈ? ਗੁਰੂ ਗਿਆਨ ਹੈਗਾ। ਇਹ ਗਿਆਨ ਨੂੰ ਵਿਚਾਰ ਕਰ ਲੈ, ਗਿਆਨ ਦਾ। ਇਹਨੂੰ ਵਿਚਾਰ ਕਰ, ਗਿਆਨ ਦਾ। ਇਹਨੂੰ ਸਮਾਂ ਦੇ ਗਿਆਨ ਨੂੰ। ਇਹ ਗੁਰੂ ਦੀ ਗੱਲ ਨੂੰ ਸਮਝ ਤੇ ਗੁਰੂ ਦੀ ਗੱਲ ਨੂੰ ਆਚਾਰ ਕਰ। ਆਚਾਰਾ ਕਹਿੰਦੇ ਇਸ ਨੂੰ ਇੰਪਲੀਮੈਂਟ ਕਰ, ਆਪਣੇ ਅੰਦਰ ਚੇਂਜ ਕਰ ਆਪਣੇ ਆਪ ਨੂੰ। ਜੋ ਗੁਰੂ ਕਹਿ ਰਿਹਾ ਹੈ, ਆਇਆ ਸਰੀਰ ਦੇ ਵਿੱਚ ਦੋ ਕੰਮ ਕਰਨੇ ਆਪਾਂ ਨੇ ਮਨੁੱਖੀ ਸਰੀਰ ਦੇ ਵਿੱਚ। ਆਚਾਰਾ ਵਿਚਾਰ ਸਰੀਰੇ। ਆਦ ਜੁਗਾਦ ਸਹਿਜੇ ਮਨ ਧੀਰ। ਕਹਿੰਦੇ ਉਹ ਆਦ ਤੋਂ ਜੁਗਾਂ ਦੇ ਵੀ ਆਦ ਤੋਂ ਮਾਲਕ ਪਰਮਾਤਮਾ ਜਿਹੜਾ ਹੈਗਾ ਸਹਿਜ ਦੇ ਵਿੱਚ ਚਲੇ ਜਾਏਗਾ, ਔਰ ਮਨ ਜਿਹੜਾ ਧੀਰਜ ਹੋ ਜਾਏਗਾ, ਮਨ ਦੇ ਵਿੱਚ ਧੀਰਜ ਆ ਜਾਏਗਾ। ਪਲ ਪੰਕਜ ਮੈਂ ਕੋਟ ਉਧਾਰਾ। ਉਹ ਮਾਲਕ ਪਰਮਾਤਮਾ ਇੱਕ ਪਲ ਦੇ ਵਿੱਚ, ਅੱਖ ਚਮਕਣ ਦੇ ਟਾਈਮ 'ਚ ਕਹਿੰਦੇ ਕਰੋੜਾਂ ਨੂੰ ਉਧਾਰ ਸਕਦਾ ਹੈ, ਕਰੋੜਾਂ ਨੂੰ ਉਧਾਰ ਦਿੰਦਾ ਹੈ। ਕਰ ਕਿਰਪਾ ਗੁਰ ਮੇਲ ਪਿਆਰੇ। ਔਰ ਕਿਵੇਂ ਉਧਾਰਦਾ ਹੈ? ਗੁਰੂ ਨੂੰ ਮਿਲਾ ਕੇ। ਕਹਿੰਦੇ ਐਸੇ ਗੁਰੂ ਨੂੰ ਮੈਨੂੰ ਵੀ ਮਿਲਾ। ਕਰ ਕਿਰਪਾ ਗੁਰ ਮੇਲ ਪਿਆਰੇ।
ਮੈਨੂੰ ਵੀ ਮਿਲਾ ਗੁਰੂ ਨੂੰ, ਮੈਂ ਵੀ ਉਤਰਨਾ ਚਾਹੁੰਦਾ ਹਾਂ। ਕਿਸੇ ਆਗੇ ਪ੍ਰਭ ਤੁਧ ਸਲਾਹੀ, ਕਹਿੰਦੇ ਮਾਲਕਾ ਮੈਂ ਤੈਨੂੰ ਜਿਹੜਾ ਹੈਗਾ ਕਿਤੇ ਅੱਗੇ ਸਲਾਹਾਂ, ਤੇਰੇ ਵਰਗਾ ਕੋਈ ਹੈ ਹੀ ਨਹੀਂ ਹੈ। ਕਿਸੇ ਆਗੇ ਪ੍ਰਭ ਤੁਧ ਸਲਾਹੀ, ਮੈਂ ਤੇਰੀ ਉਪਮਾ ਕਿਤੇ ਅੱਗੇ ਕਰਾਂ। ਤੁਧ ਬਿਨ ਦੂਜਾ ਮੈਂ ਕੋ ਨਾਹੀ, ਤੇਰੇ ਵਰਗਾ ਤਾਂ ਦੂਸਰਾ ਕੋਈ ਹੈ ਹੀ ਨਹੀਂ। ਜਿਉ ਤੁਧ ਭਾਵੈ ਤਿਉ ਰਾਖ ਰਜਾਏ। ਔਰ ਇੱਕ ਹੋਰ ਇੱਥੋਂ ਜਿਹੜਾ ਹੈਗਾ ਦੇਖੋ, ਕਿਸੇ ਆਗੇ ਪ੍ਰਭ ਤੁਧ ਸਲਾਹੀ, ਬਈ ਮੈਂ ਕਿਹਦੇ ਕੋਲ ਜਾਵਾਂ, ਮੈਂ ਕਿਹਦੇ ਕੋਲ ਜਾਵਾਂ ਜਿਹੜਾ ਹੈਗਾ ਤੈਨੂੰ ਜਿਹੜਾ ਹੈਗਾ ਸਲਾਉਣ ਵਾਸਤੇ, ਮੈਂ ਕਿਹਦੇ ਕੋਲ ਜਾਵਾਂ। ਕਿਸੇ ਆਗੇ ਪ੍ਰਭ ਤੁਧ ਸਲਾਹੀ, ਤੁਧ ਬਿਨ ਦੂਜਾ ਮੈਂ ਕੋ ਨਾਹੀ, ਕੋਈ ਦੂਸਰਾ ਹੈ ਹੀ ਨਹੀਂ ਤੇਰੇ ਤੋਂ ਬਗੈਰ, ਮੇਰੇ ਕੋਲ ਤਾਂ ਕੋਈ ਆਪਸ਼ਨ ਹੀ ਨਹੀਂ ਹੈਗਾ। ਜਿਉ ਤੁਧ ਭਾਵੈ ਤਿਉ ਰਾਖ ਰਜਾਏ, ਜੋ ਤੈਨੂੰ ਚੰਗਾ ਲੱਗਦਾ ਹੈ ਮੈਨੂੰ ਤੇਰੀ ਰਜ਼ਾ ਦੇ ਵਿੱਚ, ਤੇਰੇ ਹੁਕਮ ਦੇ ਵਿੱਚ ਰੱਖ। ਮੈਨੂੰ ਮੇਰੇ ਉੱਤੇ ਕਿਰਪਾ ਕਰ। ਜਿਉ ਤੁਧ ਭਾਵੈ ਤਿਉ ਰਾਖ ਰਜਾਏ, ਨਾਨਕ ਸਹਿਜੇ ਪਾਏ ਗੁਣ ਗਾਏ। ਕਹਿੰਦੇ ਸਹਿਜ ਦੇ ਵਿੱਚ ਜਿਹੜਾ ਹੈਗਾ ਪਿਆਰ ਦੇ ਨਾਲ ਪਰਮੇਸ਼ਰ ਦੇ ਮੈਂ ਗੁਣ ਗਾਵਾਂ, ਆ ਮੇਰੇ ਉੱਤੇ ਕਿਰਪਾ ਕਰ। ਮੈਂ ਆ ਚਾਹੁੰਦਾ ਹੈ। ਕਿਸ ਆਗੇ ਪ੍ਰਭ ਤੁਧ ਸਲਾਹੀ, ਮੈਂ ਤੈਨੂੰ ਸਲਾਉਣਾ ਚਾਹੁੰਦਾ ਹੈ। ਤੁਧ ਬਿਨ ਦੂਜਾ ਮੈਂ ਕੋ ਨਾਹੀ, ਤੇਰੇ ਤੋਂ ਬਗੈਰ ਕੋਈ ਦੂਸਰਾ ਹੈ ਹੀ ਨਹੀਂ ਹੈ। ਜਿਉਂ ਤੁਧ ਪਾਵੈ ਤਿਉਂ ਰਾਖ ਰਜਾਏ, ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ ਮੈਨੂੰ ਰੱਖ, ਆਪਣੀ ਰਜ਼ਾ ਦੇ ਵਿੱਚ ਰੱਖ। ਨਾਨਕ ਸਹਿਜੇ ਪਾਏ ਗੁਣ ਗਾਏ, ਮਾਲਕਾ ਮਿਹਰ ਕਰ, ਮੈਂ ਸਹਿਜ ਦੇ ਵਿੱਚ ਜਿਹੜਾ ਹੈਗਾ ਪਿਆਰ ਦੇ ਨਾਲ ਤੇਰੀ ਭਗਤੀ ਕਰ ਸਕਾਂ। ਪੰਜਵੀਂ ਪਾਤਸ਼ਾਹੀ ਦਾ ਜਿਹੜਾ ਹੈਗਾ ਇਹ ਇਸੇ ਲੜੀ ਦਾ ਤੀਸਰਾ ਮੋਤੀ ਜਿਹੜਾ ਹੈਗਾ, ਇਹ ਪਹਿਲੀ ਪਾਤਸ਼ਾਹੀ ਦੇ ਗਿਆਨ ਦਾ ਤੀਸਰਾ ਮੋਤੀ ਪੰਜਵੀਂ ਪਾਤਸ਼ਾਹੀ ਨੇ ਲਗਾਇਆ। ਇਹ ਲੜੀ ਦਾ ਆਖਰੀ ਮੋਤੀ ਮਹਾਰਾਜ ਪੰਜਵੀਂ ਪਾਤਸ਼ਾਹੀ ਨੇ ਜਿਹੜਾ ਹੈਗਾ ਇਹਨੂੰ ਹੋਰ ਕਲੈਰਿਟੀ ਦਿੱਤੀ ਇਸ ਗਿਆਨ ਨੂੰ। ਇਸ ਜੋ ਪਹਿਲੀ ਪਾਤਸ਼ਾਹੀ ਜੋ ਆਪਾਂ ਨੂੰ ਜਿਹੜੀ ਹੈਗੀ ਆ ਸਮਝਾ ਰਹੇ ਸੀ, ਇਹਨੂੰ ਜਿਹੜਾ ਹੈਗਾ ਹੋਰ ਕਲੀਅਰ ਕੀਤਾ ਪੰਜਵੀਂ ਪਾਤਸ਼ਾਹੀ ਨੇ। ਤਨਾਸੀ ਮਹਲਾ ਪੰਜਵਾਂ, ਘਰ ਛੇਵਾਂ, ਅਸ਼ਟਪਦੀ, ਏਕ ਓਂਕਾਰ ਸਤਿਗੁਰ ਪ੍ਰਸਾਦ। ਜੋ ਜੋ ਜੂਨੀ ਆਇਓ ਤਹਿ ਤਹਿ ਉਰਜਾਇਓ, ਮਾਨਸ ਜਨਮ ਸੰਜੋਗ ਪਾਇਆ। ਕਹਿੰਦੇ ਮਿੱਤਰਾ ਇੱਕ ਗੱਲ ਯਾਦ ਰੱਖ ਲਾ, ਦੇਖ ਤੇਰੇ ਸਾਹਮਣੇ 84 ਲੱਖ ਜੂਨਾਂ ਹੈਗੀਆਂ, ਤੇਰੇ ਸਾਹਮਣੇ ਤਰ੍ਹਾਂ ਤਰ੍ਹਾਂ ਦੇ ਜੀਵ ਹੈਗੇ। 42 ਲੱਖ ਨਾਮਦੇਵ ਜੀ ਕਹਿੰਦੇ ਪਾਣੀ 'ਚ ਹੁੰਦੇ ਆ, 42 ਲੱਖ ਜਿਹੜੇ ਹੈ ਧਰਤੀ ਦੇ ਉੱਤੇ ਆਕਾਸ਼ ਦੇ ਵਿੱਚ ਸਾਰੇ ਹੈਗੇ, ਤੇ ਇੱਕ ਇਨਸਾਨ ਦੀ ਜੂਨ ਵੀ ਹੈਗੀ। ਤੇ ਉਹ ਮਾਲਕ ਪਰਮਾਤਮਾ ਨੇ ਮਾਇਆ ਐਸੀ ਪਾਈ ਹੋਈ ਆ ਕਿ ਸਾਰੇ ਦੇ ਸਾਰੇ ਜੀਵ ਮਾਇਆ ਦੇ ਵਿੱਚ ਉਲਝੇ ਹੋਏ ਆ। ਦੇਖ ਲਾ, ਮੱਛੀਆਂ ਨੂੰ ਦੇਖ ਲਾ, ਹਿਰਨ ਨੂੰ ਦੇਖ ਲਾ, ਹਾਥੀ ਨੂੰ ਦੇਖ ਲਾ, ਪਰਿੰਦਿਆਂ ਨੂੰ ਦੇਖ ਲਾ ਕਿਵੇਂ ਭਮੱਕੜ ਜਾ ਕੇ ਮਰਦੇ ਆ, ਭੌਰੇ ਨੂੰ ਦੇਖ ਲਾ। ਜੋ ਜੋ ਜੂਨੀ ਆਇਓ ਤੈਂ ਤੈਂ ਉਰਜਾਇਓ, ਪੂਰੀ ਤਰ੍ਹਾਂ ਮਾਇਆ ਨੇ ਜਕੜਿਆ ਹੋਇਆ ਹੈ ਸਾਰਿਆਂ ਨੂੰ, ਸਾਰੇ ਸਵਾਦਾਂ ਦੇ ਵਿੱਚ ਪਾਏ ਹੋਏ ਆ ਮਾਲਕ ਪਰਮਾਤਮਾ ਨੇ। ਜੋ ਜੋ ਜੂਨੀ ਆਇਓ ਤੈਂ ਤੈਂ ਉਰਜਾਇਓ, ਮਾਨਸ ਜਨਮ ਸੰਜੋਗ ਪਾਇਆ। ਦੇਖ ਤੇਰਾ ਬਹੁਤ ਜਿਹੜਾ ਹੈਗਾ ਤੇਰਾ ਸੰਜੋਗ ਬਣ ਗਿਆ, ਤੇਰੇ ਚੰਗੇ ਭਾਗ ਆ ਗਏ, ਤੈਨੂੰ ਮਨੁੱਖੀ ਜੂਨ ਲੱਭ ਗਈ ਹੈ, ਤੈਨੂੰ ਸਭ ਤੋਂ ਉੱਪਰਲੀ ਜੂਨ ਆ ਗਈ, ਸਾਰੇ ਸਿਖਰਲੇ ਡੰਡੇ ਤੇ ਆ ਗਿਆ ਤੂੰ। ਮਾਨਸ ਜਨਮ ਸੰਜੋਗ ਪਾਇਆ, ਤਾਕੀ ਹੈ ਓਟ ਸਾਧ ਰਾਖੋ ਦੇ ਕਰ ਹਾਥ, ਕਰ ਕਿਰਪਾ ਮੇਲੋ ਹਰ ਰਾਇਆ। ਕਹਿੰਦੇ ਮੈਂ ਤਾਂ ਉਸ ਗੁਰੂ ਦੀ ਤਾਕੀ ਹੈ ਓਟ ਸਾਧ ਰਾਖੋ ਦੇ ਕਰ ਹਾਥ, ਮੈਨੂੰ ਆਪਣਾ ਹੱਥ ਦੇ ਕੇ ਮੈਨੂੰ ਬਚਾ ਲਓ। ਮੈਂ ਤਾਂ ਗੁਰੂ ਦੀ ਓਟ, ਸਾਧ ਸੰਗਤ ਦੀ, ਗੁਰੂ ਦੀ ਓਟ ਲਈ ਹੈ ਭਾਈ, ਬ੍ਰਹਮ ਗਿਆਨੀਆਂ ਦੀ ਓਟ ਲਈ ਹੈ। ਤਾਕੀ ਹੈ ਓਟ ਸਾਧ ਰਾਖੋ ਦੇ ਕਰ ਹਾਥ, ਮੈਨੂੰ ਆਪਣਾ ਹੱਥ ਦੇ ਕੇ ਰੱਖੋ, ਮੈਨੂੰ ਮੇਰੀ ਰੱਖਿਆ ਕਰੋ। ਕਰ ਕਿਰਪਾ ਮੇਲੋ ਹਰ ਰਾਇਆ, ਮੈਂ ਜਿਹਨੂੰ ਮਨੁੱਖੀ ਜੂਨ ਪਾਈ ਹੋਈ ਆ, ਮੈਂ ਮਾਲਕ ਨੂੰ ਮਿਲਣਾ ਚਾਹੁੰਦਾ ਆ। ਮੈਨੂੰ ਮਾਲਕ ਦੇ ਨਾਲ, ਮੇਰੇ ਉੱਤੇ ਕਿਰਪਾ ਕਰਕੇ ਮੈਨੂੰ ਮਾਲਕ ਦੇ ਨਾਲ ਮਿਲਾ ਦਿਓ। ਤਾਕੀ ਹੈ ਓਟ ਸਾਧ
ਰਾਖੋ ਦੇ ਕਰ ਹਾਥ, ਕਰ ਕਿਰਪਾ ਮੇਲੋ ਹਰ ਰਾਇਆ। ਹਰੀ ਰਾਏ ਨੂੰ ਮੈਨੂੰ ਮਿਲਾ ਦਿਓ, ਮਾਲਕ ਨੂੰ। ਅਨਕ ਜਨਮ ਭਰ ਮੈਂ ਥਿਤ ਨਹੀਂ ਪਾਈ, ਅਨੇਕਾਂ ਹੀ ਜਨਮ ਮੈਂ ਲੈ ਚੁੱਕਾ ਹਾਂ। ਮੈਂ ਕਿਤੇ ਮੇਰਾ ਇਹ ਜਨਮ ਮਰਨ ਦਾ ਗੇੜ ਜਿਹੜਾ ਹੈਗਾ ਕਿਤੇ ਸਟਾਪ ਹੀ ਨਹੀਂ ਹੁੰਦਾ। ਅਨਕ ਜਨਮ ਭਰ ਮੈਂ ਥਿਤ ਨਹੀਂ ਪਾਈ, ਕਰੋ ਸੇਵਾ ਗੁਰ ਲਾਗੋਂ ਚਰਨ, ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ। ਮੈਂ ਤਾਂ ਗੁਰੂ ਦੀ ਸੇਵਾ ਕਰਾਂ, ਗੁਰੂ ਦੇ ਪੈਰਾਂ ਦੇ ਵਿੱਚ ਪਾਵਾਂ ਕਿ ਮੈਨੂੰ ਜਿਹੜਾ ਹੈਗਾ, ਮੈਨੂੰ ਉਸ ਮਾਲਕ ਗੋਬਿੰਦ ਧਰਤੀ ਦੇ ਪਾਲਣਹਾਰੇ ਮਾਲਕ ਪਰਮਾਤਮਾ ਨੂੰ ਜਿਹੜਾ ਹੈਗਾ ਉਹਦਾ ਰਸਤਾ ਮੈਨੂੰ ਦੱਸ ਦਿਓ, ਉਹਦਾ ਮਾਰਗ ਦੱਸ ਦਿਓ ਮੈਨੂੰ। ਮੈਂ ਉਸ ਮਾਲਕ ਨੂੰ ਮਿਲਣਾ ਚਾਹੁੰਦਾ ਹੈ। ਅਨਕ ਜਨਮ ਭਰ ਮੈਂ ਥਿਤ ਨਹੀਂ ਪਾਈ, ਕਰੋ ਸੇਵਾ ਗੁਰ ਲਾਗੋਂ ਚਰਨ, ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ। ਮਾਰਗ ਦੇ ਗੱਗੇ ਨੂੰ ਔਂਕੜ ਲੱਗੀ ਹੈ, ਖਾਸ ਮਾਰਗ ਹੈਗਾ। ਰਹਾਓ ਅਨਕ ਉਪਾਉ ਕਰੋ, ਮਾਇਆ ਕੋ ਵਿਚਿਤ ਤਰੋ, ਮੇਰੀ ਮੇਰੀ ਕਰਤ ਸਦੀ ਵਿਆਹ ਹੈ। ਮੈਂ ਕੀ ਕਰਦਾ ਹਾਂ? ਅਨੇਕਾਂ ਹੀ ਉਪਾਅ ਕਰਦਾ ਹੈ, ਪਰ ਮਾਇਆ ਵਿਚਾਲੇ ਰਹਿ ਜਾਂਦੀ ਹੈ। ਇਹ ਕਰਮ ਕਾਂਡ ਹੀ ਹੋ ਜਾਂਦੇ ਆ। ਅਨਕ ਉਪਾਅ ਕਰੋ, ਮਾਇਆ ਕੋ ਵਿਚਿਤ ਤਰੋ। ਮਾਇਆ ਜਿਹੜੀ ਹੈ, ਮਾਇਆ ਉਸ ਆਕਾਰ ਦੇ ਨਾਲ ਹੀ ਮੈਂ ਜੁੜਿਆ ਰਹਿਣਾ ਹੈ। ਆਕਾਰ ਦੇ ਵਿੱਚ ਹੀ ਨਿਰਾਕਾਰ ਨੂੰ ਲੱਭਦਾ ਹੈ ਮੈਂ। ਅਨਕ ਉਪਾਅ ਕਰੋ, ਮਾਇਆ ਕੋ ਵਿਚਿਤ ਤਰੋ, ਮੇਰੀ ਮੇਰੀ ਕਰਤ ਸਦੀ ਵਿਆਹ ਹੈ। ਕਹਿੰਦੇ ਇਸ ਤਰੀਕੇ ਦੇ ਨਾਲ ਮੈਂ ਮੇਰੀ ਜਾਂਦੀ ਨਹੀਂ, ਹਉਮੈ ਜਾਂਦੀ ਨਹੀਂ ਹੈ। ਉਹਦੇ ਨਾਲ ਮੈਂ ਮੇਰੀ ਦੇ ਵਿੱਚ ਹੀ ਜਿਹੜੀ ਹੈਗੀ ਮੇਰੀ ਜਿਹੜੀ ਹਉਮੈ ਦੇ ਵਿੱਚ ਹੀ ਜਿਹੜੀ ਹੈ ਮੇਰੀ ਉਮਰ ਗੁਜ਼ਰਦੀ ਹੈ। ਕੋਈ ਐਸੋ ਰੇ ਭੇਟੈ ਸੰਤ, ਮੇਰੀ ਲਾਹੇ ਸਗਲ ਚਿੰਤ, ਠਾਕੁਰ ਸਿਓ ਮੇਰਾ ਰੰਗ ਲਾਵੈ। ਕਹਿੰਦੇ ਕੋਈ ਮੈਨੂੰ ਐਸਾ ਸਾਧੂ, ਐਸਾ ਗੁਰੂ, ਐਸਾ ਬ੍ਰਹਮ ਗਿਆਨੀ ਮਿਲ ਜਾਏ, ਮੇਰੀ ਸਾਰੀ ਦੀ ਸਾਰੀ ਚਿੰਤਾ ਦੂਰ ਕਰ ਦੇ, ਔਰ ਮੇਰਾ ਪਿਆਰ ਜਿਹੜਾ ਹੈਗਾ ਉਸ ਮਾਲਕ ਪਰਮਾਤਮਾ ਦੇ ਨਾਲ ਮੇਰਾ ਪਿਆਰ ਪਾ ਦੇ, ਮੇਰੀ ਆੜੀ ਬਣਾ ਦੇ, ਮੇਰਾ ਵਿਚੋਲਾ ਬਣ ਜਾਏ। ਕੋਈ ਐਸੋ ਰੇ ਭੇਟੈ ਸੰਤ, ਮੇਰੀ ਲਾਹੇ ਸਗਲ ਚਿੰਤ, ਮੇਰੀ ਸਾਰੀ ਚਿੰਤਾ ਦੂਰ ਹੋ ਜਾਏ। ਠਾकुर से मेरा रंग लावै। देखो आ है गुरु ने करना पाया, ज्ञान ने परमेश्वर के नाल रंग लाउणा है अपना। कोई ऐसो रे भेटै संत, मेरी लाहे सगल चिंत, ठाकुर से मेरा रंग लावै। पढ़े रे सगल वेद, न चुके मन भेद, एक खिन ना धीरे मेरे घर के पंछा। कहते ज्ञान नूं पढ़ पढ़ के मैं सारा ज्ञान पढ़ के देख लिया, वेद पढ़ के देख ले। पढ़े रे सगल वेद, न चुके मन भेद। कहते मन दे विचों भेद ही नहीं जा रहा मेरे, ये माया पासे ही नहीं हो रही, ये मेरे एक खिन ना तीरे मेरे घर के पंचा। मेरे जिहड़े ज्ञान इंद्रे एक खिन वास्ते भी नहीं टिकते पाए। मेरा मन इस तरीके नाल मन नूं उड़ाई फिरदे आ। पढ़े रे सगल वेद, न चूके मन भेद, एक खिन ना तीरे मेरे घर के पंचा। कोई ऐसो रे भगत, जो माया ते रहत, एक अमृत नाम मेरे हृदय सिंचा। कोई ऐसो रे भगत, कहते ऐसा कोई भगत जो माया ते रहत, जिन्हें माया जित्ती होए। एक अमृत नाम मेरे हृदय सिंचा, एक अमृत नाम मेरे हृदय दे विच सिंच दे पाए। कोई ऐसा मिल जाए मैनू भगत, ऐसा कोई ब्रह्म ज्ञानी जिहड़ा ठाकुर दे नाल मेरा रंग लगा दे। कोई ऐसा संत, कोई ऐसो रे भेटे संत, मेरी लाहे सगल चिंत, ठाकुर से मेरा रंग लावे। देखो डिमांड की है, हरेक दे विच डिमांड आ रही है। देखो, करो सेवा गुर लागो चरण, गोबिंद जी का मार्ग देहो जी बताई। कहते गुरु मिल जाए मैनू, इन्ने जन्म गुजर गए मेरे, अनक जन्म पर मैं थित नहीं पाई। आगे आगे जी चौथा बंद। जे तेरे तीरथ नाए, पहला ज्ञान दे बारे दसता महाराज। बई पढ़े रहे सारा ज्ञान, मैं पढ़ के ज्ञान नूं पढ़ी जा रहे हैं।
ਤੇ ਗੱਲ ਤਾਂ ਬਣ ਨਹੀਂ ਰਹੀ। ਹੁਣ ਤੀਰਥਾਂ ਦੀ ਗੱਲ ਕਰ ਰਹੇ ਆ। ਜੇਤੇ ਦੇ ਰੇ ਤੀਰਥ ਨਾਏ, ਤੀਰਥ ਕਰ ਲਈ ਨਹਾਉਣਾ ਹੈ ਆਪਾਂ ਨੇ ਆਪਣੀ ਮੈਲ ਲਾਉਣ ਵਾਸਤੇ। ਜੇਤੇ ਰੇ ਤੀਰਥ ਨਾਏ ਅਹਮ ਬੁੱਧ ਮੈਲ ਲਾਏ। ਕਹਿੰਦੇ ਹੋਰ ਜ਼ਿਆਦਾ ਹਉਮੈ ਵੱਧ ਜਾਂਦੀ ਹੈ ਭਾਈ, ਮੈਲ ਹੋਰ ਲੱਗਦੀ ਹੈ ਤੀਰਥ ਤੇ ਜਾ ਕੇ, ਉੱਤਰਦੀ ਥੋੜੀ ਨਾ ਹੈ। ਕਹਿੰਦੇ ਮੈਲ ਤਾਂ ਲੱਗਦੀ ਹੈ। ਕੌਣ ਕਹਿ ਰਿਹਾ? ਜਿਹੜੇ ਪੰਜਵੀਂ ਪਾਤਸ਼ਾਹੀ ਕਹਿ ਰਹੀ ਹੈ ਭਾਈ। ਪੰਜਵੀਂ ਪਾਤਸ਼ਾਹੀ ਕਹਿ ਰਹੀ ਹੈ ਭਾਈ, ਜਿਨ੍ਹਾਂ ਨੇ ਹਰਮੰਦਰ ਸਾਹਿਬ ਬਣਾਇਆ, ਜਿਨ੍ਹਾਂ ਨੇ ਸਰੋਵਰ ਬਣਾਇਆ ਅੰਮ੍ਰਿਤਸਰ, ਉਹ ਕਹਿ ਰਹੇ ਆ ਜੇ ਤੇਰੇ ਤੀਰਥ ਨਾਏ ਅਹਮ ਬੁੱਧ ਮੈਲ ਲਾਏ। ਕਹਿੰਦੇ ਹਉਮੈ ਦੀ ਮੈਲ ਤਾਂ ਹੋਰ ਲੱਗਦੀ ਹੈ। ਕਰ ਕੋ ਠਾਕੁਰ ਇੱਕ ਤਿਲ ਨਾ ਮਾਨੈ। ਮੇਰੇ ਕਹਿੰਦੇ ਘਰ ਦਾ ਠਾਕੁਰ ਜਿਹੜਾ ਹੈਗਾ, ਘਰ ਦਾ ਮੇਰਾ ਮਨ ਪਤੰਦਰ ਇੱਕ ਤਿਲ ਵਾਸਤੇ ਵੀ ਨਹੀਂ ਮੰਨਦਾ। ਕਹਿੰਦੇ ਇੱਕ ਤਿਲ ਵਾਸਤੇ ਵੀ ਨਹੀਂ ਮੰਨਦਾ, ਹਟਦਾ ਹੀ ਨਹੀਂ ਹੈਗਾ। ਜੇ ਤੇਰੇ ਤੀਰਥ ਨਾਏ ਅਹਮ ਬੁੱਧ ਮੈਲ ਲਾਏ। ਕਰ ਕੋ ਠਾਕੁਰ ਇੱਕ ਤਿਲ ਨਾ ਮਾਨੈ। ਕਦ ਪਾਵੋ ਸਾਧ ਸੰਗ। ਹਰ ਹਰ ਸਦਾ ਨਿਸੰਗ, ਹਰ ਹਰ ਸਦਾ ਆਨੰਦ। ਔਰ ਘਰ ਦਾ ਠਾਕੁਰ ਤਾਂ ਮਾਲਕ ਪਰਮਾਤਮਾ ਹੈਗਾ ਭਾਈ। ਮਨ ਪਤੰਦਰ ਹੀ ਵਸ 'ਚ ਨਹੀਂ ਆਉਂਦਾ ਤੇ ਠਾਕੁਰ ਨੇ ਕਿਵੇਂ ਮੰਨ ਜਾਣਾ ਹੈ ਭਾਈ? ਉਸ ਮਾਲਕ ਨੇ ਕਿਵੇਂ ਮੰਨ ਜਾਣਾ ਹੈ? ਜੇ ਤੇਰੇ ਤੀਰਥ ਨਾਏ ਅਹਮ ਬੁੱਧ ਮੈਲ ਲਾਏ। ਕਰ ਕੋ ਠਾਕੁਰ ਇੱਕ ਤਿਲ ਨਾ ਮਾਨੈ। ਕਦ ਪਾਵੋ ਸਾਧ ਸੰਗ, ਹਰ ਹਰ ਸਦਾ ਆਨੰਦ। ਗਿਆਨ ਅੰਜਨੇ ਮੇਰਾ ਮਨ ਇਸ਼ਨਾਨ। ਮੈਂ ਕਹਿੰਦੇ ਕਦੋਂ ਸਾਧ ਸੰਗਤ ਮਿਲ ਜਾਏ, ਮੈਨੂੰ ਗਿਆਨ ਮਿਲ ਜਾਏ ਸਾਧ ਸੰਗਤ ਦੇ ਵਿੱਚ, ਗਿਆਨ ਦਾ ਸੁਰਮਾ ਮੇਰੀਆਂ ਅੱਖਾਂ 'ਚ ਆ ਜਾਏ ਔਰ ਮੇਰੀ ਧੁੰਦ ਸਾਰੀ ਦੂਰ ਹੋ ਜਾਏ। ਧਿਆਨ ਸਿਮਰਨ ਹਰ ਹਰ ਸਦਾ ਆਨੰਦ ਮੇਰੇ ਅੰਦਰ ਖੇੜਾ ਹੀ ਖੇੜਾ ਆ ਜਾਏ ਨਾਮ ਅਭਿਆਸ ਦੇ ਦੁਆਰਾ। ਗਿਆਨ ਅੰਜਨ ਮੇਰਾ ਮਨ ਇਸ਼ਨਾਨ। ਮਨ ਇਸ਼ਨਾਨ। ਹਾਂ, ਮਨ ਦਾ ਇਸ਼ਨਾਨ ਹੋ ਜਾਏ, ਕਿਤੇ ਮਨ ਦਾ ਇਸ਼ਨਾਨ ਹੋ ਜਾਏ। ਸਗਲ ਆਸ਼ਰਮ ਕੀਨੇ ਮਨੁਆ ਨਹਿ ਪਤੀ ਨੇ। ਵਿਵੇਕਹੀਨ ਦੇਹੀ ਧੋਏ। ਕਹਿੰਦੇ ਸਾਰੇ ਆਸ਼ਰਮ ਕਰਕੇ ਦੇਖ ਲੈ। ਮੈਂ ਜਿਹੜਾ ਹੈਗਾ, ਇਹ ਜਿਹੜਾ ਹੈਗਾ ਕਿਹੜਾ ਇੱਕ ਹੁੰਦਾ ਹੈ ਜਿਹੜਾ ਬ੍ਰਹਮਚਰਜ, ਤੇ ਫਿਰ ਗ੍ਰਸਥ, ਫਿਰ ਵਾਨਪ੍ਰਸਥ, ਫਿਰ ਸੰਨਿਆਸ, ਇਹ 4 ਆਸ਼ਰਮ ਬਣਾਏ ਹੋਏ ਆ। ਕਹਿੰਦੇ ਸਾਰੇ ਕਰਕੇ ਦੇਖ ਲੈ ਪਾਏ। ਸਗਲ ਆਸ਼ਰਮ ਕੀਨੇ ਮਨੁਆ ਨਹਿ ਪਤੀ ਨੇ। ਮਨ ਤਾਂ ਪਤੀ ਦਾ ਨਹੀਂ ਹੈ। ਵਿਵੇਕਹੀਨ ਦੇਹੀ ਤੋਰੇ। ਕਹਿੰਦੇ ਗਿਆਨ ਹੀ ਨਹੀਂ ਹੈਗਾ, ਸਰੀਰ ਨੂੰ ਹੀ ਤੀਰਥਾਂ ਤੇ ਲਿਆ ਕੇ ਸਰੀਰ ਨੂੰ ਨਲਾਈ ਜਾ ਰਹੇ ਭਾਈ। ਇਹ ਸਰੀਰ ਦੇ ਅੰਦਰ ਹੀ ਮਨ ਹੈਗਾ, ਜਿਹਨੂੰ ਇਸ਼ਨਾਨ ਕਰਾਉਣਾ ਸੀ, ਜਿਹਦੀ ਮੈਲ ਲਾਉਣੀ ਸੀਗੀ। ਕੋਈ ਪਾਈਏ ਰੇ ਪੁਰਖ ਵਿਦਾਤਾ, ਪਾਰ ਬ੍ਰਹਮ ਕੇ ਰੰਗੇ ਰਾਤਾ। ਮੇਰੇ ਮਨ ਕੀ ਦੁਰਮਤ ਮਲਕ ਹੋਏ। ਕੋਈ ਐਸਾ ਕਹਿੰਦੇ ਪੁਰਖ ਵਿਦਾਤਾ ਜਿਹੜਾ ਪਰਮੇਸ਼ਰ ਵਰਗਾ ਹੋਏ। ਪਾਰ ਬ੍ਰਹਮ ਕੇ ਰੰਗੇ ਰਾਤਾ। ਉਸ ਮਾਲਕ ਪਰਮਾਤਮਾ ਜਿਹੜਾ ਪਾਰ ਹੈਗਾ, ਪਾਰ ਬ੍ਰਹਮ। ਇਹ ਸੰਸਾਰ ਜਿਹੜਾ ਹੈਗਾ ਬ੍ਰਹਮ ਹੈ, ਇਹਦੇ ਵਿੱਚ ਵੀ ਉਹ ਮਾਲਕ ਵਸ ਰਿਹਾ ਹੈ। ਮੈਨੂੰ ਮਿਲਣਾ ਹੈ ਤੇ ਇਸ ਸੰਸਾਰ ਤੋਂ ਪਾਰ ਜਾਣਾ ਪਊਗਾ। ਕੋਈ ਪਾਈਏ ਰੇ ਪੁਰਖ ਵਿਦਾਤਾ, ਪਾਰ ਬ੍ਰਹਮ ਕੇ ਰੰਗੇ ਰਾਤਾ। ਕਹਿੰਦੇ ਉਹਦੇ ਰੰਗ ਦੇ ਵਿੱਚ ਰੰਗਿਆ ਹੋਇਆ। ਮੇਰੇ ਮਨ ਕੀ ਦੁਰਮਤ ਮਲਕ ਹੋਏ। ਮੇਰੇ ਮਨ ਦੀ ਭੈੜੀ ਮੱਤ ਜਿਹੜੀ ਹੈਗੀ ਖੋਦਾ ਹੈ, ਜਿਹੜਾ ਵਿਸ਼ੇ ਵਿਕਾਰਾਂ ਵੱਲੋਂ ਹਟਦਾ ਹੀ ਨਹੀਂ ਹੈ ਕਿਤੇ। ਉਹ ਚੀਜ਼ ਉਹ ਜਿਹੜਾ ਹੈਗਾ ਇਹਦੇ ਅੰਦਰ ਜਿਹੜੀ ਹੈ ਮੈਲ ਉਤਰ ਜਾਏ, ਇਹਦੀਆਂ ਲੀਹਾਂ, ਇਹਦੇ ਸੰਸਕਾਰ, ਇਹਦੇ ਟੇਸਟ, ਇਹ ਕਿਤੇ ਖਤਮ ਹੋਣ। ਕਰਮ ਧਰਮ ਜੁਗਤਾ ਨਿਮਕ ਨਾ ਹੇਤ ਕਰਤਾ। ਗਰਭੇ ਗਰਭ ਪੜੈ ਕਹੀ ਨਾ ਲੇਖੈ। ਕਹਿੰਦੇ ਬਥੇਰੇ ਧਰਮ ਦੇ ਉੱਤੇ ਕਰਮ ਕਰਕੇ, ਜੁਗਤੀਆਂ ਕਰਕੇ ਦੇਖ ਲੀਆਂ, ਨਿਮਕ ਨਾ ਹੇਤ ਕਰਤਾ। ਕਹਿੰਦੇ ਇੱਕ ਨਿਮਕ ਵਾਸਤੇ ਵੀ ਉਸ ਮਾਲਕ ਪਰਮਾਤਮਾ ਦੇ ਨਾਲ ਪਿਆਰ ਨਹੀਂ ਹੁੰਦਾ। ਕਰਮ ਧਰਮ ਜੁਗਤਾ ਨਿਮਕ ਨਾ ਹੇਤ ਕਰਤਾ। ਗਰਭੇ ਗਰਭ ਪੜੈ ਕਹੀ ਨਾ ਲੇਖੇ। ਕਹਿੰਦੇ ਬਸ ਹੰਕਾਰ ਵੱਧ ਜਾਂਦਾ ਭਾਈ, ਇਹਦੇ ਵਿੱਚ ਹੀ ਪਿਆ ਰਹਿੰਦਾ, ਕੋਈ ਲੇਖੇ ਦੇ ਵਿੱਚ ਆਉਂਦੀ ਨਹੀਂ ਗੱਲ। ਜਿਸ ਭੇਟੀਏ ਸਫਲ ਮੂਰਤ, ਕਰੈ ਸਦਾ ਕੀਰਤ। ਗੁਰ ਪ੍ਰਸਾਦ ਕੋਹੁ ਨੇਤਰੋਂ ਭਿਖੈ। ਕਹਿੰਦੇ ਕੋਈ ਐਸਾ ਜਿਹੜਾ ਗੁਰੂ ਦੀ ਕਿਰਪਾ ਦੇ ਨਾਲ ਜਿਹੜਾ ਹੈਗਾ
ਕੋਈ ਗੁਰੂ ਮਿਲ ਜਾਏ, ਕੋਈ ਮੈਨੂੰ ਭੇਟ ਜਾਏ, ਉਹ ਸਫਲ ਮੂਰਤ ਮੈਨੂੰ ਮਿਲ ਜਾਏ, ਮੈਂ ਸਦਾ ਹੀ ਕੀਰਤੀ ਕਰਾਂ ਉਸ ਗੁਰੂ ਦੀ ਕਿਰਪਾ ਦੇ ਨਾਲ। ਔਰ ਉਹ ਮਾਲਕ ਪਰਮਾਤਮਾ ਨੂੰ ਕਹਿੰਦੇ ਕੋਈ ਟਾਵਾਂ ਜਿਹੜਾ ਹੈਗਾ ਦੇਖ ਲੈਂਦਾ ਹੈ ਭਾਈ। ਜਿਸ ਭੇਟੀਏ ਸਫਲ ਮੂਰਤ ਕਰੈ ਸਦਾ ਕੀਰਤ, ਗੁਰ ਪ੍ਰਸਾਦ ਕੋ ਨੇਤਰੋਂ ਭਿਖ। ਜਿਸ ਭੇਟੀਏ ਸਫਲ ਮੂਰਤ ਕਰੈ ਸਦਾ ਕੀਰਤ, ਉਹ ਗੁਰੂ ਕੀ ਕਰਦੇ ਆ? ਕਹਿੰਦੇ ਉਹ ਕੀਰਤ ਕਰਦੇ ਪਰਮੇਸ਼ਰ ਦੀ ਹਮੇਸ਼ਾ। ਉਹਨਾਂ ਦੇ ਪ੍ਰਸਾਦ ਦੇ ਨਾਲ ਜਿਹੜਾ ਹੈਗਾ ਗੁਰ ਪ੍ਰਸਾਦ ਕੋ ਨੇਤਰੋਂ ਭਿਖ ਹੈ। ਕੋਈ ਟਾਵਾਂ ਜਿਹੜਾ ਹੈਗਾ ਉਹ ਮਾਲਕ ਨੂੰ ਦੇਖ ਲੈਂਦੇ ਆ, ਮਾਲਕ ਪ੍ਰਗਟ ਹੋ ਜਾਂਦਾ ਹੈ। ਮਨ ਹਟ ਜੋ ਕਮਾਵੈ ਤਿਲ ਨਾ ਲੇਖੇ ਪਾਵੈ, ਬਗੁਲ ਜਿਉ ਧਿਆਨ ਲਾਵੈ ਮਾਇਆ ਰੇ ਧਾਰੀ। ਮਨ ਦੇ ਹੱਠ ਦੇ ਨਾਲ ਕਹਿੰਦੇ ਜਿਹੜਾ ਵੀ ਕਮਾਈ ਕਰਦਾ, ਜੋ ਵੀ ਕਰਦਾ, ਕਹਿੰਦੇ ਮਾਲਕ ਤਾਂ ਇੱਕ ਤਿਲ ਜਿੰਨਾ ਵੀ ਲੇਖੇ 'ਚ ਨਹੀਂ ਲਾਉਂਦਾ। ਬਗੁਲ ਜਿਉਂ ਧਿਆਨ ਲਾਵੇ, ਉਹ ਤਾਂ ਬਗਲੇ ਵਾਂਗੂ ਧਿਆਨ ਹੈ ਭਾਈ। ਮਾਇਆ ਰੇ ਧਾਰੀ, ਉਹਦੇ ਅੰਦਰ ਤਾਂ ਮਾਇਆ ਦੀ ਖਿੱਚ ਹੈਗੀ। ਕੋਈ ਐਸੋ ਰੇ ਸੁਖਦਾਈ, ਪ੍ਰਭ ਕੀ ਕਥਾ ਸੁਣਾਈ, ਤਿਸ ਭੇਟੇ ਗਤ ਹੋਏ ਹਮਾਰੀ। ਕੋਈ ਐਸਾ ਕਹਿੰਦੇ ਸੁਖ ਦੇਣ ਵਾਲਾ ਪਾਏ, ਸੁਖ ਦੇ ਵਿੱਚ, ਸਹਿਜ ਅਵਸਥਾ ਦੇ ਵਿੱਚ ਉਹ ਮੈਨੂੰ ਉਹ ਮਾਲਕ ਪਰਮਾਤਮਾ ਦਾ ਗਿਆਨ ਦੇ ਦੇ, ਪ੍ਰਭੂ ਦੀ ਕਥਾ ਸੁਣਾ ਦੇ, ਮਾਲਕ ਦਾ ਰਸਤਾ ਦੱਸ ਦੇ ਵੀ ਮੈਨੂੰ ਕਰਨਾ ਕੀ ਹੈਗਾ। ਤਿਸ ਭੇਟੇ ਗਤ ਹੋਏ ਹਮਾਰੀ, ਉਹਨੂੰ ਭੇਟਣ ਦੇ ਨਾਲ ਕਹਿੰਦੇ ਆ ਮੇਰੀ ਉੱਚੀ ਅਵਸਥਾ, ਮੈਂ ਇਹ ਗੇਮ ਜਿੱਤ ਸਕਦਾ ਹਾਂ। ਸੋ ਪ੍ਰਸੰਨ ਗੋਪਾਲ ਰਾਏ, ਕਾਟੇ ਰੇ ਬੰਧਨ ਮਾਏ, ਗੁਰ ਕੈ ਸ਼ਬਦੇ ਮੇਰਾ ਮਨ ਰਾਤਾ। ਬਸ ਕਹਿੰਦੇ ਦੇਖ ਲਓ, ਸੋ ਪ੍ਰਸੰਨ ਗੋਪਾਲ ਰਾਏ, ਮਾਲਕ ਖੁਸ਼ ਹੋ ਗਿਆ। ਕਾਟੇ ਰੇ ਬੰਧਨ ਮਾਏ, ਸਾਰੇ ਮਾਇਆ ਦੇ ਬੰਧਨ ਕੱਟ ਦਿੱਤੇ। ਗੁਰ ਕੈ ਸ਼ਬਦੇ ਮੇਰਾ ਮਨ ਰਾਤਾ, ਗੁਰੂ ਦੇ ਸ਼ਬਦ ਦੇ ਦੁਆਰਾ ਕਹਿੰਦੇ ਆ ਜੋ ਗੁਰੂ ਕਹਿ ਰਹੇ ਮੈਂ ਕਾਰਵਾਈ ਕੀਤੀ ਤੇ ਮੇਰਾ ਮਨ ਰਤਿਆ ਗਿਆ ਭਾਈ। ਗੁਰ ਕੇ ਸ਼ਬਦ ਹੈ ਮੇਰਾ ਮਨ ਰਾਤਾ। ਸਦਾ ਸਦਾ ਆਨੰਦ ਭੇਟਿਓ ਨਿਰਭੈ ਗੋਬਿੰਦ, ਕਹਿੰਦੇ ਹਮੇਸ਼ਾ ਵਾਸਤੇ ਖੁਸ਼ੀ ਖੇੜਾ ਆ ਗਿਆ। ਉਹ ਮਾਲਕ ਪਰਮਾਤਮਾ ਨਿਰਭੈ, ਦੁਨੀਆ ਬਣਾਉਣ ਵਾਲਾ ਮਾਲਕ ਪਰਮਾਤਮਾ ਭੇਟ ਗਿਆ ਭਾਈ। ਸਦਾ ਸਦਾ ਆਨੰਦ ਭੇਟਿਓ ਨਿਰਭੈ ਗੋਬਿੰਦ, ਸੁਖ ਨਾਨਕ ਲਾਦੇ ਹਰ ਚਰਨ ਪਰਾਤਾ। ਕਹਿੰਦੇ ਸੁਖ ਮਿਲ ਗਏ ਭਾਈ, ਮੈਂ ਤਾਂ ਹੁਣ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਮੇਰਾ ਮਨ ਪਰੋ ਗਿਆ, ਹੁਣ ਮੇਰੀ ਸੁਰਤ ਆਤਮਾ ਦੇ ਵਿੱਚ ਲੀਨ ਹੋ ਗਈ। ਸਫਲ ਸਫਲ ਭਾਈ, ਸਫਲ ਯਾਤਰਾ। ਵਾਹ ਬਈ ਵਾਹ, ਆ ਮਨੁੱਖੀ ਜੀਵਨ ਮਿਲਿਆ ਸੀਗਾ, 3 ਵਾਰੀ ਲਿਖਤਾ, ਕਹਿੰਦੇ ਸਫਲ ਹੋ ਗਿਆ ਭਾਈ, ਫਲ ਪ੍ਰਾਪਤ ਹੋ ਗਿਆ, ਫਲ ਪ੍ਰਾਪਤ ਹੋ ਗਿਆ, ਮੇਰੀ ਯਾਤਰਾ ਪੂਰੀ ਹੋ ਗਈ। ਸਫਲ ਸਫਲ ਭਾਈ, ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਧਾ। ਰਹਾਓ ਦੂਜਾ, ਕਹਿੰਦੇ ਮੇਰਾ ਆਉਣਾ ਜਾਣਾ ਖਤਮ ਹੋ ਗਿਆ। ਕਿਵੇਂ ਹੋ ਗਿਆ? ਕਹਿੰਦੇ ਮੈਨੂੰ ਗੁਰੂ ਮਿਲ ਗਿਆ, ਮੈਨੂੰ ਸਾਧ ਮਿਲ ਗਏ, ਮੈਨੂੰ ਬ੍ਰਹਮ ਗਿਆਨੀ ਮਿਲ ਗਏ। ਆਵਣ ਜਾਣ ਰਹੇ ਮਿਲੇ ਸਾਧਾ, ਰਹਾਓ ਦੂਜਾ। ਆ 3 ਸੀਗੇ। ਪੰਜਵੀਂ ਪਾਤਸ਼ਾਹੀ ਨੇ ਤਾਂ ਕਮਾਲ ਹੀ ਕਰ ਦਿੱਤੀ। ਇਸ ਤੋਂ ਬਾਅਦ ਫਿਰ ਛੰਤ ਮੇਰੇ ਖਿਆਲ ਅਸ਼ਟਪਦੀਆਂ ਹੀ ਹੈਗੀਆਂ, 8 ਪਦੇ ਵਾਲੇ ਨਹੀਂ, 4 ਪਦੇ ਹੈਗੇ ਜੀ, ਮਾਫ ਕਰਨਾ। ਤਨਾਸਰੀ ਮਹੱਲਾ ਪਹਿਲਾ। ਛੰਤ ਇੱਕ ਓਂਕਾਰ ਸਤਿਗੁਰ ਪ੍ਰਸਾਦ। ਤੀਰਥੇ ਨਾਵਣ ਜਾਉ ਤੀਰਥ ਨਾਮ ਹੈ। ਕਹਿੰਦੇ ਮੈਂ ਵੀ ਤੀਰਥ 'ਤੇ ਜਾਣਾ ਹੈ ਭਾਈ, ਮੈਂ ਵੀ ਤੀਰਥ 'ਤੇ ਨਹਾਉਣਾ ਹੈ, ਪਰ ਮੈਂ ਨਾਮ ਵਾਲੇ ਤੀਰਥ ਦੇ ਉੱਤੇ ਨਹਾਉਣਾ ਹੈ। ਮੈਂ ਆਪਣੇ ਅੰਦਰ ਵੜਦਾ, ਮੈਂ ਪਰਮੇਸ਼ਰ ਦੇ ਧਿਆਨ ਦੇ ਵਿੱਚ ਜਾਣਾ ਹੈ, ਮੈਂ ਮਾਲਕ ਨੂੰ ਸਮਰਨ ਕਰਦਾ, ਮੈਂ ਆਹ ਤੀਰਥ 'ਤੇ ਜਾਣਾ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਇਸ ਤੀਰਥ 'ਤੇ ਕਿਵੇਂ ਚਲਾ ਗਿਆ? ਕਹਿੰਦੇ ਸ਼ਬਦ ਨੂੰ ਵਿਚਾਰਿਆ ਮੈਂ ਗੁਰੂ ਦਾ ਸ਼ਬਦ, ਜੋ ਗੁਰੂ ਦੀ ਮੱਤ ਹੈਗੀ, ਉਹਨੂੰ ਮੈਂ ਵਿਚਾਰਿਆ। ਉਹ ਕਹਿੰਦਾ ਅੰਤਰ ਆ ਤੇਰੇ, ਤੀਰਥ ਦਾ ਅੰਤਰ ਆ। ਕਹਿੰਦੇ ਆ ਮੈਨੂੰ ਗੁਰੂ ਦਾ ਗਿਆਨ ਮਿਲ ਗਿਆ, ਮੇਰੇ ਅੰਦਰ ਆਹ ਗਿਆਨ ਆ ਗਿਆ। ਆਹ ਗਿਆਨ ਗੁਰੂ ਨੇ ਦੱਸਿਆ ਬਈ ਤੀਰਥ ਨਾ ਆਵਣ ਜਾਓ, ਤੀਰਥ ਨਾਮ ਹੈ, ਤੀਰਥ ਤੇਰੇ ਅੰਦਰ ਆ। ਕਹਿੰਦੇ ਮੈਂ ਤਾਂ ਆਹ ਕੰਮ ਕਰਦਾ। ਪਹਿਲੀ ਪਾਤਸ਼ਾਹੀ ਕਹਿ ਰਹੀ ਹੈ, ਦੇਖ ਲਓ, ਤਨਾਸਰੀ ਮਹੱਲਾ ਪਹਿਲਾ। ਛੰਤ ਇੱਕ ਓਂਕਾਰ ਸਤਿਗੁਰ ਪ੍ਰਸਾਦ। ਤੀਰਥ ਨਾ ਆਵਣ ਜਾਓ। ਦੇਖੋ, ਇੱਕ ਤੀਰਥ ਥੱਥੇ ਦੀ ਸਿਹਾਰੀ ਲੱਗੀ ਹੈ, ਇੱਕ ਤੀਰਥ ਥੱਥੇ ਨੂੰ ਔਂਕੜ ਲੱਗੀ ਹੈ।
ਤੀਰਥੇ ਨਹਾਵਣ ਜਾਵਾਂ, ਤੀਰਥ ਦੇ ਉੱਤੇ ਮੈਂ ਜਾਵਾਂ ਨਹਾਉਣ ਵਾਸਤੇ। ਕਿਹੜੇ ਤੀਰਥ ਤੇ? ਤੀਰਥ ਨਾਮ ਹੈ, ਨਾਮ ਵਾਲੇ ਤੀਰਥ ਤੇ। ਇਹ ਨਾਮ ਨਹੀਂ ਹੈ, ਇੱਥੇ ਪਾਰਟੀਕੂਲਰ ਦੱਸਿਆ ਕਿਹੜਾ ਤੀਰਥ ਹੈ ਭਾਈ। ਨਾਮ ਨੂੰ ਵੀ ਔਂਕੜ ਲੱਗੀ ਹੈ। ਤੀਰਥ ਸ਼ਬਦ ਵਿਚਾਰ, ਇੱਕ ਤੀਰਥ ਆ ਵੀ ਹੈ ਭਾਈ, ਸ਼ਬਦ ਦਾ ਵਿਚਾਰ। ਅੰਤਰ ਗਿਆਨ ਹੈ, ਇਹਨੇ ਗਿਆਨ ਦੇਣਾ ਹੈ ਭਾਈ, ਅੰਦਰ ਗਿਆਨ ਹੈ। ਦੋਨੋਂ ਚੀਜ਼ਾਂ, ਇੱਕ ਨਾਮ ਤੇ ਇੱਕ ਜਿਹੜਾ ਹੈਗਾ ਗਿਆਨ, ਇੱਕ ਗਿਆਨ ਤੇ ਇੱਕ ਧਿਆਨ। ਗੁਰ ਗਿਆਨ ਸਾਚਾ ਥਾਨ ਤੀਰਥ, ਕਹਿੰਦੇ ਗੁਰੂ ਦਾ ਗਿਆਨ ਸੱਚਾ ਹੈ ਭਾਈ। ਇਹ ਤੀਰਥ ਸਥਾਨ ਲਭਾ ਦਿੰਦਾ ਹੈ। 10 ਪੁਰਬ, ਕਹਿੰਦੇ ਇਹ ਤਾਂ 10 ਪੁਰਬ ਆ ਭਾਈ। ਇਹ ਉਹ ਜਿਹੜੇ ਆ ਸਾਰੇ ਦੇ ਸਾਰੇ ਪਹਿਲ ਦੂਜ ਚੌਥ ਸਾਰੇ ਕਿੰਨੇ ਕੁ ਪੁਰਬ ਹੁੰਦੇ ਆ। 10 ਪੁਰਬ ਸਦਾ ਦਸਹਰਾ, ਔਰ ਜਿਹੜਾ ਹੈਗਾ ਦਸਹਰਾ ਜਿਹੜਾ ਹੈਗਾ ਇੱਕ ਜਿਹੜਾ ਹੈਗਾ ਇਹ ਉਹਨੂੰ ਜੇਠ ਜਿਹੜਾ ਹੈਗਾ, ਜੇਠ ਦੀ 10ਵੀਂ ਜਿਹੜੀ ਹੈਗੀ ਆ, ਗੰਗਾ ਕਹਿੰਦੇ ਆ ਪੈਦਾ ਹੋਈ ਆ ਉਦਣ, ਗੰਗਾ ਦਾ ਜਨਮ ਮੰਨਦੇ ਆ, ਦਸਹਰਾ ਕਹਿੰਦੇ ਉਹਨੂੰ। ਗੁਰ ਗਿਆਨ ਸਾਚਾ ਥਾਨ ਤੀਰਥ 10 ਪੁਰਬ ਸਦਾ ਦਸਹਰਾ, ਕਹਿੰਦੇ ਭਾਈ ਗੁਰੂ ਦਾ ਗਿਆਨ ਹੀ ਸੱਚਾ ਤੀਰਥ ਹੈਗਾ ਭਾਈ। ਹਮੇਸ਼ਾ ਹੀ ਪੁਰਬ ਰਹਿੰਦੇ ਆ, ਹਮੇਸ਼ਾ ਹੀ ਖੁਸ਼ੀ ਖੇੜਾ ਰਹਿੰਦਾ ਹੈ। ਸਭ ਤੋਂ ਜਿਹੜਾ ਹੈਗਾ ਇਹ ਹਰ ਦਿਨ ਜਿਹੜਾ ਹੈਗਾ ਕਹਿੰਦੇ ਤੀਰਥ ਆ, ਹਰ ਦਿਨ ਜਿਹੜਾ ਹੈਗਾ ਦਸਹਿਰਾ ਹੈਗਾ। ਗੁਰ ਗਿਆਨ ਸਾਚਾ ਥਾਨ ਤੀਰਥ 10 ਪੁਰਬ ਸਦਾ ਦਸਹਰਾ, ਹੋ ਨਾਮ ਹਰ ਕਾ ਸਦਾ ਜਾਚੋਂ ਦੇਹੋ ਪ੍ਰਭ ਧਰਣੀ ਧਰਾ। ਮੈਂ ਤਾਂ ਕਹਿੰਦੇ ਪਰਮੇਸ਼ਰ ਦਾ ਨਾਮ ਹਮੇਸ਼ਾ ਹੀ ਜਾਚਨਾ ਕਰਦਾ ਹੈ ਮਾਲਕ ਦੇ ਕੋਲ ਕਿ ਹੇ ਧਰਤੀ ਦੇ ਮਾਲਕਾ ਮੈਨੂੰ ਆਪਣਾ ਨਾਮ ਦੇ, ਦੇਹੋ ਪ੍ਰਭ ਧਰਣੀ ਧਰਾ। ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੈ ਸੱਚ ਬਿਨਾ, ਕਹਿੰਦੇ ਸੰਸਾਰ ਸਾਰਾ ਰੋਗੀ ਹੈਗਾ ਭਾਈ। ਸੰਸਾਰ ਰੋਗੀ ਨਾਮ ਦਾਰੂ, ਨਾਮ ਹੀ ਦਾਰੂ ਹੈਗਾ। ਆਹ ਦਵਾਈ ਹੈਗੀ ਹੈ ਰੋਗ ਦੀ, ਨਹੀਂ ਲਵਾਂਗੇ ਤੇ ਮੈਲ ਲੱਗ ਜਾਏਗੀ, ਸੱਚ ਤੋਂ ਬਗੈਰ ਮੈਲ ਲੱਗ ਜਾਏਗੀ। ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੈ ਸੱਚ ਬਿਨਾ, ਗੁਰਵਾਕ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮਜਨਾ। ਕਹਿੰਦੇ ਭਾਈ ਦੇਖ ਲਓ ਗੁਰੂ ਦਾ ਵਾਕ ਜਿਹੜਾ ਹੈਗਾ, ਜੋ ਗੁਰੂ ਦੇ ਬੋਲ ਹੈ, ਮੁਖ ਤੋਂ ਬੋਲ ਆ ਰਹੇ, ਜੋ ਗੁਰੂ ਦੀ ਬਾਣੀ ਹੈ, ਜੋ ਗੁਰੂ ਦੀ ਮੱਤ ਹੈਗੀ ਆ, ਇਹ ਨਿਰਮਲ ਆ ਭਾਈ, ਇਹ ਨਿਰਮਲ ਕਰ ਦੇਗੀ। ਇਹ ਚਾਨਣ ਹੈ ਹਮੇਸ਼ਾ, ਗੁਰਵਾਕ ਨਿਰਮਲ ਸਦਾ ਚਾਨਣ, ਇਹਦੀ ਰੋਸ਼ਨੀ ਦੇ ਵਿੱਚ ਤੁਰਨਾ ਹੈ ਆਪਾਂ ਨੇ। ਗੁਰਵਾਕ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮੱਜਣਾ, ਆਹ ਨਿਤਨੇਮ ਹੈਗਾ, ਇਹ ਸੱਚ, ਇਹ ਤੀਰਥ ਤੇ ਮੱਜਨ ਰੋਜ਼ ਕਰਨਾ ਹੈ, ਬਿਨਾਂ ਨਾਗਾ ਕਰਨਾ ਹੈ। ਨਹੀਂ ਤਾਂ ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੈ ਸੱਚ ਬਿਨਾ, ਇਹ ਦਾਰੂ ਰੋਜ਼ ਲੈਣੀ ਹੈ, ਰੋਜ਼ ਦਾਰੂ ਲੈਣੀ ਹੈ। ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੈ ਸੱਚ ਬਿਨਾ, ਗੁਰਵਾਕ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮਜਨਾ। ਸਾਚ ਨਾ ਲਾਗੈ ਮੈਲ ਕਿਆ ਮਲ ਧੋਈਐ, ਕਹਿੰਦੇ ਜੇ ਤੂੰ ਆਹ ਤੀਰਥ ਕਰਨ ਲੱਗ ਗਿਆ ਮਿੱਤਰਾ, ਜੇ ਤੂੰ ਨਾਮ ਵਾਲੇ ਤੀਰਥ ਤੇ ਜਾਣ ਲੱਗ ਪਿਆ ਤੇ ਸਾਚ ਨਾ ਲਾਗੈ ਮੈਲ। ਦੋਸਤੋ ਹੁਣ ਸੱਚ ਨੂੰ ਮੈਲ ਲੱਗ ਸਕਦੀ ਹੈ? ਸੱਚ ਕਿਵੇਂ ਮੈਲਾ ਹੋ ਸਕਦਾ ਹੈ ਭਾਈ? ਜਿਹੜੀ ਚੀਜ਼ ਹਮੇਸ਼ਾ ਰਹਿਣ ਵਾਲੀ ਹੈ ਉਹ ਕਿਵੇਂ ਮੈਲੀ ਹੋ ਸਕਦੀ ਹੈ? ਸਾਚ ਨਾ ਲਾਗੈ ਮੈਲ ਕਿਆ ਮਲ ਧੋਈਏ, ਕਹਿੰਦੇ ਫਿਰ ਮੈਲ ਧੋਣ ਕੀ ਮੈਲ ਧੋਏਗਾ ਦੱਸ? ਮੈਲ ਲੱਗੂਗੀ ਨਹੀਂ ਤੇ ਧੋਏਗਾ ਕੀ? ਤੈਨੂੰ ਧੋਣ ਦੀ ਕੀ ਲੋੜ ਪੈ ਜਾਊਗੀ ਫਿਰ? ਸਾਚ ਨਾ ਲਾਗੈ ਮੈਲ ਕਿਆ ਮਲ ਕਹਿੰਦੇ ਮੈਲ, ਕਿਆ ਮਲ ਧੋਈਏ, ਕਿਹੜੀ ਮੈਲ ਧੋਏਗਾ ਦੱਸ? ਗੁਣਹਾਰ ਪਰੋਏ ਕਿਸ ਕੋ ਰੋਈਏ, ਤੂੰ ਗੁਣ ਗ੍ਰਹਿਣ ਕਰ ਲਾ ਭਾਈ, ਗੁਣਾਂ ਦਾ ਹਾਰ ਲੈ ਲਾ। ਜੋ ਮਾਲਕ ਜੋ ਗੁਰਬਾਣੀ ਗੁਣ ਕਹਿ ਰਹੀ ਹੈ, ਸਾਰੇ ਗੁਣ, ਇਹ ਸਤ ਸੰਤੋਖ ਦਇਆ ਧਰਮ ਧੀਰਜ, ਆਹ ਗੁਣ ਲੈ ਲਾ ਆਪਣੇ ਅੰਦਰ। ਗੁਣੇ ਹਾਰ ਪਰੋਏ, ਇਹਨੂੰ ਪਰੋਲਾ ਹਾਰ ਨੂੰ, ਕਿਸ ਕੋ ਰੋਈਏ, ਫਿਰ ਤੈਨੂੰ ਹੈ ਕੋਈ ਤੇਰੇ ਅੰਦਰ ਜਿਹੜਾ ਹੈ ਕਿ ਕਿਸੇ ਕੋਲ ਪੁਕਾਰ ਕਰਨ ਦੀ ਲੋੜ, ਰੋਣ ਦੀ ਲੋੜ? ਵਿਚਾਰ ਮਾਰੇ ਤਰੈ ਤਾਰੇ ਉਲਟ ਜੋਨ ਨਾ ਆਵੇ। ਇੱਥੇ ਦੇਖੋ ਵਿਚਾਰ ਜਿਹੜਾ ਹੈਗਾ, ਇਹ ਵਿਚਾਰ ਮਾਰੇ, ਵਿਚਾਰਾਂ ਨੂੰ ਮਾਰੇ, ਇਸ ਤਰ੍ਹਾਂ ਤਾਂ ਨਹੀਂ ਕਹਿ ਰਹੀ ਬਾਣੀ, ਰਾਰੇ ਦੀ ਸਿਹਾਰੀ ਹੈਗੀ ਆ। ਵਿਚਾਰ ਮਾਰੇ,
ਵਿਚਾਰ ਦੇ ਦੁਆਰਾ ਵਿਚਾਰੇ ਮਾਰੇ ਤਰੇ ਤਾਰੇ, ਆਪ ਤਰ ਜਾਏਗਾ ਤੇ ਦੂਸਰੇ ਨੂੰ ਵੀ ਤਾਰ ਦੇਗਾ ਭਾਈ। ਵਿਚਾਰਾਂ ਦੇ ਨਾਲ ਮਨ ਨੂੰ ਮਾਰੇ। ਹਾਂ, ਗੁਰੂ ਦੀ ਜਿਹੜੀ ਹੈ, ਗੁਰੂ ਦੀ ਜਿਹੜੀ ਮੱਤ ਹੈਗੀ ਉਹਦੇ ਦੁਆਰਾ ਜੋ ਗੁਰੂ ਦੀ ਮੱਤ ਕਹਿ ਰਹੀ ਹੈ, ਵਿਚਾਰੇ ਮਾਰੇ, ਮਾਰਨਾ ਮਨ ਨੂੰ ਹੈਗਾ, ਮਾਰਨਾ ਵਿਚਾਰ ਦੇ ਨਾਲ ਹੈਗਾ। ਵਿਚਾਰੇ ਮਾਰੇ ਤਰੇ ਤਾਰੇ, ਉਹ ਤਰ ਜਾਏਗਾ, ਤਾਰ ਵੀ ਦੇਗਾ। ਉਲਟ ਜੋਨ ਨਾ ਆਵੇ, ਉਹ ਦੁਬਾਰਾ ਜੂਨ ਦੇ ਵਿੱਚ ਨਹੀਂ ਆਏਗਾ ਭਾਈ। ਨਹੀਂ ਤਾਂ ਜੇ ਵਿਚਾਰ ਜਿਹੜੇ ਹੈਗੇ ਰਾਰਾ ਮੁਕਤਾ ਵੀ ਹੁੰਦਾ ਤਾਂ ਵੀ ਅਸੀਂ ਮੰਨ ਲੈਂਦੇ ਵੀ ਵਿਚਾਰ ਮਾਰੇ ਕਹਿ ਰਹੇ, ਮੈਂ ਆਪਣੇ ਵਿਚਾਰ ਮਾਰੇ। ਨਹੀਂ, ਵਿਚਾਰੇ ਮਾਰੇ, ਮਨ ਨੂੰ ਮਾਰਨਾ ਹੈ, ਬਿਲਕੁਲ ਮਨ ਨੂੰ ਮਾਰਨਾ ਹੈ। ਮਨ ਜਿਹੜਾ ਹੈਗਾ, ਮਨ ਪਤੰਦਰ ਜਿਹੜਾ ਹੈਗਾ, ਵਿਚਾਰ ਤਾਂ ਆਪੇ ਮਰ ਗਏ ਜੇ ਮਨ ਨੂੰ ਫੜ ਲਿਆ ਆਪਾਂ ਨੇ। ਤੇ ਮਨ ਹੀ ਤਾਂ ਹੈ ਵਿਚਾਰ ਲੈਣ ਵਾਲਾ। ਵਿਚਾਰੇ ਮਾਰੇ ਤਰੇ ਤਾਰੇ, ਉਲਟ ਜੋਨ ਨਾ ਆਵੇ, ਆਪ ਪਾਰਸ ਪਰਮ ਧਿਆਨੀ, ਸਾਚ ਸਾਚੇ ਭਾਵੈ। ਆਪ ਪਾਰਸ परम ध्यानी, वो पारस हो जाएगा भाई, परम ध्यानी हो जाएगा। परम ध्यानी साच साचे भाव है, सच हो गया, सच दे नाल उस तो साचे नूं पा जांदा है, मालक परमात्मा नूं पा जांदा है भाई, उहनूं सच पाउंदा है। आनंद अनदिन हरख साचा, दुख किलविक पर हरे। आही ऐसे दे नाल जिहड़ा हैगा हमेशा ही खेड़ा रहना है। हरख कहंदे खुशी, आनंद अनदिन हरख साचा, सच्ची सच्ची खुशी, हमेशा ही अनदिन आनंद। दुख किलविक पर हरे, सारे दुख ते बजर पाप सारे कीते होए सारे दे सारे दूर हो जाते हैं। सच नाम पाया गुरे दिखाया, मैल नाही सच मने। जिन्हों भी सच नाम जिन्हों मिल गया, गुरु ने दिखाया पाई, गुरु ने दस्या है, कहते उन्होंने मैल नहीं लगती पाई, ਉਹਦਾ मन सच्चा हो गया, उस मन नूं मैल नहीं लगेगी। फिर सच नाम पाया, जिस को नाम आ गया उन्होंने मैल नहीं लगेगी। सच नाम पाया गुरे दिखाया, मैल नाही सच मने। संगत मीत मिलाप पूरा नावणो। संगत मीत मिलाप पूरा नावणो, कहते ਜਿਹੜਾ भी ਇਹ ਸਾਧ ਸੰਗਤ ਦੇ ਵਿੱਚ ਜਿਹੜਾ ਹੈਗਾ ਨਹਾਉਂਦਾ ਹੈ, ਉਹਦਾ ਪਰਮਾਤਮਾ ਦੇ ਨਾਲ ਮਿਲਾਪ ਹੋ ਜਾਂਦਾ ਹੈ ਭਾਈ। ਗਾਵੈ ਗਾਵਣਹਾਰ ਸ਼ਬਦੇ ਸੁਹਾਵਣੋ, ਉਹ ਗਾਉਂਦਾ ਹੈ ਉਸਨੂੰ, ਮਾਲਕ ਪਰਮਾਤਮਾ ਨੂੰ, ਜਿਹਦੀ ਭਗਤੀ ਕਰਨੀ ਹੈ ਸ਼ਬਦ ਦੇ ਨਾਲ ਉਹਦਾ ਜੀਵਨ ਜਿਹੜਾ ਹੈਗਾ ਸੋਹਣਾ ਹੋ ਜਾਂਦਾ ਹੈ, ਸੁਹਾਵਣਾ ਹੋ ਜਾਂਦਾ ਹੈ। ਸਾਲਾਹ ਸਾਚੇ ਮੰਨੇ ਸਤਿਗੁਰ, ਪੁੰਨ ਦਾਨ ਦਇਆਮਤੇ। ਕਹਿੰਦੇ ਇਸ ਤਰ੍ਹਾਂ ਸੱਚੇ ਨੂੰ ਸਲਾਹ ਕੇ, ਗੁਰੂ ਨੂੰ ਮੰਨ ਕੇ, ਗੁਰੂ ਦੇ ਗਿਆਨ ਦੇ ਦੁਆਰਾ ਪੁੰਨ ਦਾਨ ਦਇਆਮਤੇ, ਆਹ ਮੱਤ ਹੋ ਜਾਂਦੀ ਹੈ ਅਭਿਆਸੀ ਦੀ। ਆਟੋਮੈਟਿਕਲੀ ਉਹਨੇ ਪੁੰਨ ਦਾਨ ਕਰਨਾ ਹੈ ਭਾਈ, ਦਇਆ ਉਹਦੇ ਅੰਦਰ ਆ ਜਾਂਦੀ ਹੈ। ਆਹ ਮੱਤ, ਦਇਆ ਵਾਲੀ ਮੱਤ ਉਹਦੇ ਅੰਦਰ ਪੈਦਾ ਹੋ ਜਾਂਦੀ ਹੈ। ਫਿਰ ਸੰਗ ਭਾਵੈ ਸਹਿਜ ਨਾਵੈ, ਬੇਣੀਤਾ ਸੰਗਮ ਸਤ ਸਤੇ। ਉਹ ਇਸ ਤਰੀਕੇ ਦੇ ਨਾਲ ਉਹ ਮਾਲਕ ਪਰਮਾਤਮਾ ਦੇ ਨਾਲ ਨਹਾਉਂਦਾ ਹੈ ਭਾਈ। ਫਿਰ ਸੰਗ ਭਾਵੇ, ਉਹਨੂੰ ਮਾਲਕ ਪਰਮਾਤਮਾ ਦਾ ਸੰਗ ਪਾਉਂਦਾ ਹੈ। ਸਹਿਜ ਅਵਸਥਾ ਦੇ ਵਿੱਚ ਇਸ਼ਨਾਨ ਕਰਦਾ ਹੈ, ਉਹਦੇ ਤ੍ਰਿਵੇਣੀ ਆ ਜਾਂਦੀ ਹੈ ਭਾਈ। ਬੇਣੀਤਾ ਸੰਗਮ ਸਤ ਸਤੇ, ਉਹ ਸਤ ਹਮੇਸ਼ਾ ਜਿਹੜਾ ਹੈਗਾ ਅਵਗੁਣਾ ਤੋਂ ਦੂਰ, ਮੈਲ ਤੋਂ ਦੂਰ, ਉਸ ਮਾਲਕ ਪਰਮਾਤਮਾ ਦੇ ਨਾਲ ਮਿਲਾਪ ਹੋ ਜਾਂਦਾ ਹੈ ਉਹਦਾ। ਬੇਣੀ ਫਿਰ ਸੰਗ ਭਾਵੈ ਸਹਿਜ ਨਾਵੈ, ਬੇਣੀਤਾ ਸੰਗਮ ਸਤ ਸਤੇ। ਆਰਾਧੇ ਏਕੰਕਾਰ ਸਾਚਾ, ਨਿਤ ਦੇ ਚੜ੍ਹੈ ਸਵਾਇਆ। ਉਹ ਮਾਲਕ ਪਰਮਾਤਮਾ ਨੂੰ ਆਰਾਧ ਕੇ ਉਹਦਾ ਧਿਆਨ ਸਿਮਰਨ, ਆਰਾਧਨਾ ਜਿਹੜਾ ਹੈਗਾ ਸਮਰਨ ਕਰਨਾ, ਸਿਮਰਨ ਕਰਨਾ। ਏਕੰਕਾਰ, ਇੱਕ ਮਾਲਕ ਪਰਮਾਤਮਾ ਨੂੰ, ਉਸ ਸੱਚੇ ਨੂੰ, ਉਹਦੇ ਅੰਦਰ ਨਿਤ ਦੇ ਚੜ੍ਹੈ ਸਵਾਇਆ। ਉਹਦੀ ਅਵਸਥਾ ਦਿਨ ਦੂਣੀ ਰਾਤ ਚੌਗਣੀ, ਨਿਤ ਜਿਹੜੀ ਹੈਗੀ ਚੜ੍ਹਦੀ ਹੈ ਸਵਾਈ ਪਾਏ। ਗਤ ਸੰਗ ਮੀਤਾ ਸੰਤ ਸੰਗਤ, ਕਰ ਨਦਰ ਮੇਲ ਮਿਲਾਇਆ। ਉਸ ਮਾਲਕ ਪਰਮਾਤਮਾ ਦੇ ਨਾਲ ਉੱਚੀ ਅਵਸਥਾ ਬਣ ਜਾਂਦੀ ਹੈ। ਮਾਲਕ ਪਰਮਾਤਮਾ ਦੇ ਨਾਲ, ਉਸ ਮਾਲਕ ਪਰਮਾਤਮਾ ਦੇ ਨਾਲ ਸੰਤ ਸੰਗਤ, ਗੁਰੂ ਦੀ ਸੰਗਤ, ਬ੍ਰਹਮ ਗਿਆਨੀਆਂ ਦੀ ਸੰਗਤ ਦੇ ਦੁਆਰਾ ਕਰ ਨਦਰ
ਮੇਲ ਮਿਲਾਇਆ, ਮਿਹਰ ਕਰਕੇ ਜਿਹੜਾ ਹੈਗਾ ਮੁਲਾਕਾਤ ਉਸ ਮਾਲਕ ਪਰਮਾਤਮਾ ਦੇ ਨਾਲ ਮਿਲਾ ਦਿੰਦੇ। ਗਤ ਸੰਗ ਮੀਤਾ, ਉਸ ਮਿੱਤਰ ਪਰਮਾਤਮਾ ਦੇ ਨਾਲ ਸੰਤ ਸੰਗਤ, ਸੰਤ ਗੁਰੂ ਦੀ ਸੰਗਤ ਦੇ ਦੁਆਰਾ ਕਰ ਨਦਰ ਮੇਲ ਮਿਲਾਇਆ, ਮਿਹਰ ਕਰਕੇ ਮਿਲਾ ਦਿੱਤਾ। ਕਹਿਣ ਕਹੈ ਸਭ ਕੋਏ ਕੇਵੜ ਆਖੀਐ, ਸਾਰੇ ਕਹਿੰਦੇ ਗੱਲਾਂ ਬਾਤਾਂ ਕਰਦੇ ਆ। ਕਹਿਣ ਕਹੈ ਸਭ ਕੋਏ, ਕੋਈ ਪ੍ਰੈਕਟੀਕਲ ਨਹੀਂ ਕਰਦਾ। ਕਹਿਣ ਕਹੈ ਸਭ ਕੋਏ ਕੇਵੜ ਆਖੀਐ, ਕਹਿੰਦੇ ਮਾਲਕ ਪਰਮਾਤਮਾ ਕਿੰਨਾ ਵੱਡਾ ਹੈ, ਕਿਵੇਂ ਕਿਹਾ ਜਾ ਸਕਦਾ ਹੈ ਭਾਈ। ਹਾਂ ਮੂਰਖ ਨੀਚ ਅਜਾਣ ਸਮਝਾ ਸਾਖੀ ਹੈ, ਕਹਿੰਦੇ ਮੈਂ ਤਾਂ ਮੂਰਖ ਹੈਗਾ, ਨੀਚ ਹੈਗਾ, ਅਜਾਣ ਹੈਗਾ। ਪਹਿਲੀ ਪਾਤਸ਼ਾਹੀ ਕਹਿ ਰਹੀ ਹੈ, ਦੇਖੋ ਹਾਂ ਮੂਰਖ ਨੀਚ ਅਜਾਣ, ਮੈਂ ਨਹੀਂ ਜਾਣਦਾ ਭਾਈ, ਮੈਂ ਮੂਰਖ ਹੈ, ਨੀਚ ਹੈਗਾ ਆ। ਸਮਝਾ ਸਾਖੀ ਹੈ, ਮੈਂ ਸਮਝਦਾ ਹਾਂ, ਮੈਂ ਗੁਰੂ ਦੀ ਸਾਖੀ ਦੇ ਦੁਆਰਾ ਸਮਝ ਜਾਂਦਾ। ਗੁਰੂ ਮੈਨੂੰ ਸਿੱਖਿਆ ਦਿੰਦੇ ਆ, ਮੈਂ ਸਮਝ ਜਾਂਦਾ। ਗੁਰਮਤਿ ਦੇ ਦੁਆਰਾ ਮੈਂ ਸਮਝ ਜਾਂਦਾ। ਹਾਂ ਮੂਰਖ ਨੀਚ ਅਜਾਣ ਸਮਝਾ ਸਾਖੀ ਹੈ, ਸੱਚ ਗੁਰ ਕੀ ਸਾਖੀ, ਕਹਿੰਦੇ ਸੱਚ ਹੈ ਗੁਰੂ ਦੀ ਸਿੱਖਿਆ। ਅੰਮ੍ਰਿਤ ਭਾਖੀ, ਅੰਮ੍ਰਿਤ ਦੀ ਗੱਲ ਦੱਸ ਰਹੀ ਹੈ। ਤਿਤ ਮਨ ਮਾਨਿਆ ਮੇਰਾ, ਕਹਿੰਦੇ ਉਸ ਦੇ ਨਾਲ ਗੁਰੂ ਦੀ ਸਿੱਖਿਆ ਜੋ ਗੁਰੂ ਕਹਿ ਰਿਹਾ ਉਹ ਕਾਰਵਾਈ ਕਰਨ ਦੇ ਨਾਲ ਮੇਰਾ ਮਨ ਮੰਨ ਜਾਂਦਾ ਹੈ, ਉਹਦੇ ਨਾਲ ਮੇਰਾ ਮਨ ਮੰਨਦਾ ਹੈ। ਕੂਚ ਕਰੇ ਆਵੇਂ ਬਿਖਲਾ ਦੇ, ਸ਼ਬਦੇ ਸੱਚੇ ਗੁਰ ਮੇਰਾ, ਕਹਿੰਦੇ ਜਿਹੜੇ ਵੀ ਇਨਸਾਨ ਮਨੁੱਖ ਦੀ ਜੂਨ ਚ ਆਉਂਦੇ ਆ, ਜ਼ਹਿਰ ਲੱਦ ਕੇ ਕਾਰਨ ਸ਼ੀਰ ਲੈ ਕੇ ਆਉਂਦੇ ਆ ਤੇ ਕੂਚ ਕਰ ਜਾਂਦੇ, ਉਸੇ ਤਰੀਕੇ ਨਾਲ ਕੂਚ ਕਰ ਜਾਂਦੇ, ਇੱਥੋਂ ਚਲੇ ਜਾਂਦੇ ਆ। ਸ਼ਬਦ ਸੱਚੇ ਗੁਰ ਮੇਰਾ, ਪਰ ਜਿਹੜੇ ਸ਼ਬਦ ਦੇ ਨਾਲ, ਗੁਰੂ ਦੇ ਨਾਲ, ਜਿਨ੍ਹਾਂ ਦਾ ਜਿਹੜੇ ਗੁਰੂ ਨੂੰ ਆਪਣਾ ਬਣਾ ਲੈਂਦੇ ਆ, ਕਹਿੰਦੇ ਉਹ ਸੱਚੇ ਹੋ ਜਾਂਦੇ ਆ ਸ਼ਬਦ ਦੇ ਦੁਆਰਾ, ਧਿਆਨ ਸਿਮਰਨ ਦੇ ਦੁਆਰਾ। ਸ਼ਬਦ ਸੱਚੇ ਗੁਰ ਮੇਰਾ, ਆਖਣ ਤੋਟ ਨਾ ਭਗਤ ਭੰਡਾਰੀ, ਭਰਪੂਰ ਰਹਾ ਸੋਈ, ਕਹਿੰਦੇ ਮਾਲਕ ਪਰਮਾਤਮਾ ਦੀ ਭਗਤੀ, ਕਹਿੰਦੇ ਉਹਦੀ ਆਖਣ ਦੇ ਵਿੱਚ ਕੋਈ ਤੋਟ ਨਹੀਂ ਹੈਗੀ ਭਾਈ, ਜਿੰਨੀ ਮਰਜ਼ੀ ਭਗਤੀ ਕਰ ਲਓ। ਨਾ ਭਗਤੇ ਭੰਡਾਰੀ, ਨਾ ਭਗਤੀ ਦਾ ਭੰਡਾਰ ਜਿਹੜਾ ਹੈਗਾ ਉਹਦਾ ਮਾਲਕ ਪਰਮਾਤਮਾ ਦੇ ਤਾਂ ਭਰਪੂਰ ਹੈਗੇ ਆ ਭਾਈ, ਭਗਤੀ ਦੇ ਭੰਡਾਰ। ਭਰਪੂਰ ਰਹਾ ਸੋਈ, ਨਾਨਕ ਸਾਚ ਕਹੇ ਬੇਨੰਤੀ, ਮਨ ਮਾਂਜੈ ਸੱਚ ਸੋਈ। ਆਖਰੀ ਦੇ ਵਿੱਚ ਮਹਾਰਾਜ ਕਹਿ ਰਹੇ, ਬੇਨਤੀ ਕਰ ਰਹੇ, ਸੱਚ ਨਾਨਕ ਸਾਚ ਕਹੇ ਬੇਨੰਤੀ, ਮੈਂ ਉਹ ਮਾਲਕ ਪਰਮਾਤਮਾ ਨੂੰ ਸੱਚ, ਉਦੋਂ ਬੇਨਤੀ ਰੂਪ ਹੋ ਕੇ ਸੱਚ ਨੂੰ ਕਹਿ ਰਿਹਾ ਆ। ਮਨ ਮਾਂਜੈ ਸੱਚ ਸੋਈ, ਜਿਹੜਾ ਆਪਣੇ ਮਨ ਨੂੰ ਮਾਂਜਦਾ ਆ, ਜਿਹੜਾ ਆਪਣੇ ਮਨ ਦੀ ਮੈਲ ਧੋਂਦਾ ਹੈ, ਜਿਹੜਾ ਆਪਣੇ ਮਨ ਨੂੰ ਧੋਂਦਾ ਹੈ, ਜਿਹੜਾ ਮਨ ਦੇ ਤੀਰਥ ਮਨ ਨੂੰ ਨਲਾਉਂਦਾ ਹੈ, ਇਨਾਮ ਵਾਲੇ ਤੀਰਥ 'ਤੇ ਲਿਜਾ ਕੇ ਸੱਚ ਸੋਈ, ਉਹ ਪਰਮੇਸ਼ਰ ਦੇ ਨਾਲ ਪਰਮੇਸ਼ਰ ਦਾ ਰੂਪ ਹੋ ਜਾਂਦਾ ਹੈ। ਆ ਜੀ ਪਹਿਲਾ ਛੰਤ ਹੋਇਆ, ਭੁੱਲਾਂ ਚੁੱਕਾਂ ਦੀ ਖਿਮਾ। ਹਾਂਜੀ, ਮਨ ਮਾਂਜੇ ਸੱਚ ਸੋਈ, ਇਹਦਾ ਮਤਲਬ ਇਹ ਵੀ ਹੋ ਸਕਦਾ ਕਿ ਵੀ ਮਨ ਨੂੰ ਜਿਹੜਾ ਮਾਂਜਣ ਵਾਲੀ ਚੀਜ਼ ਹੈ ਇੱਕੋ ਹੀ ਹੈ, ਸੱਚ ਹੀ ਹੈ, ਇਕੱਲਾ ਜਿਹੜਾ ਮਨ ਨੂੰ ਮਾਂਜ ਸਕਦਾ ਪਰਮਾਤਮਾ ਦਾ ਨਾਮ। ਨਾਨਕ ਸਾਚ ਕਹੇ ਬੇਨੰਤੀ, ਮਨ ਮਾਂਜੈ ਸੱਚ ਸੋਈ। ਸੋਈ ਦਾ ਮਤਲਬ ਹੁੰਦਾ ਹੈ ਬਈ ਉਹੀ, ਮਨ ਮਾਂਜੈ ਸੱਚ ਸੋਈ, ਜਿਹੜਾ ਵੀ ਮਨ ਨੂੰ ਮਾਂਜਦਾ ਹੈ ਉਹੀ ਜਿਹੜਾ ਹੈਗਾ ਪਰਮੇਸ਼ਰ ਦੇ ਨਾਲ ਜਿਹੜਾ ਹੈਗਾ ਪਰਮੇਸ਼ਰ ਦਾ ਰੂਪ ਹੋ ਜਾਂਦਾ ਹੈ। ਸੱਚ, ਬਿਲਕੁਲ ਠੀਕ। ਹਾਂਜੀ ਠੀਕ ਹੈ ਮੇਰੇ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਫਤਿਹ। ਵੀਰ ਜੀ, ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।